10 ਸਾਲ ਅਕਾਲੀ ਦਲ ਦੀ ਸਰਕਾਰ ਲਈ 2007 ਤੋਂ 2017 ਤੱਕ ਇਹੋ ਜਿਹੇ ਕਿਹੜੇ ਫੈਸਲੇ ਲੈਂਦੇ ਰਹੇ ਜਿਸ ਦੇ ਨਾਲ ਕਿਸਾਨੀ ਨੂੰ ਜਿਹੜਾ ਘਾਟਾ ਪੈਂਦਾ ਰਿਹਾ। ਬਾਦਲ ਸਾਹਿਬ ਦੀ ਸਰਕਾਰ ਜਦੋਂ ਵੀ ਬਣੀ ਆ, ਇਹਨਾਂ ਨੇ ਹਮੇਸ਼ਾ ਸਾਨੂੰ ਉਹ ਮੰਤਰੀ ਦਿੱਤਾ ਆ ਜਿਸ ਮੰਤਰੀ ਨੂੰ ਸ਼ੰਭੂ ਤੋਂ ਗਾਂ ਅਗਲੀ ਨਾ ਤੇ ਭਾਸ਼ਾ ਆਉਂਦੀ ਆ, ਨਾ ਉਹਨੂੰ ਫਾਈਲਾਂ ਨੂੰ ਪੜ੍ਹਨਾ ਆਉਂਦਾ ਆ, ਸਿਰਫ ਆਪਣੇ ਨਾਂ ਨੂੰ ਮੋਟਾ ਕਰਕੇ ਲਿਖਣਾ ਉਹ ਜਾਣਦੇ ਸੀ। ਜਥੇਦਾਰ ਤੋਤਾ ਸਿੰਘ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਵੀ ਕਹਿੰਦੇ ਨੇ ਵੀ ਉਹ 33 ਪਾ ਕੇ ਤੇ ਉੱਤੇ ਮੁੜ ਕੇ ਉੱਤੇ ਹੋੜਾ ਪਾ ਕੇ ਤੇ ਕੰਨਾ ਪਾ ਕੇ ਤੋਤਾ ਸਿੰਘ ਬਣਾ ਦਿੰਦੇ ਨੇ। ਵੀ ਇਹਨਾਂ ਲੋਕਾਂ ਨੇ ਕੀ ਸਾਡੀ ਪੰਜਾਬ ਦੀ ਪਾਲਿਸੀ ਨੂੰ ਕੀ ਦਿਸ਼ਾ ਦੇਣੀ ਸੀ। ਕੈਪਟਨ ਸਰਕਾਰ ਜਦੋਂ ਵੀ ਬਣੀ ਆ, ਇਹਨਾਂ ਦਾ ਡਿਜ਼ਾਈਨ ਬਹੁਤ ਵੱਖਰਾ ਹੈ। ਇਹ ਕੀ ਕਰਦੇ ਨੇ, ਇਹ ਮਹਿਕਮੇ ਨੂੰ ਆਪਣੇ ਕੋਲ ਰੱਖ ਲੈਂਦੇ ਨੇ, ਕਿਸੇ ਮੰਤਰੀ ਨੂੰ ਦਿੰਦੇ ਹੀ ਨਹੀਂ। ਕੈਪਟਨ ਸਰਕਾਰ ਦੀ ਗੱਲ ਕਰੀਏ, ਹੁਣ ਜਿਹੜਾ ਇਹਨਾਂ ਨੇ ਇਲਜ਼ਾਮ ਲੱਗ ਰਹੇ ਨੇ, ਹਰਸਿਮਰਤ ਕੌਰ ਬਾਦਲ ਹੋਣੀ, ਸੁਖਬੀਰ ਬਾਦਲ ਹੋਣੀ ਕਹਿੰਦੇ ਨੇ ਕਿ ਇਹਨਾਂ ਨੇ ਕੋਈ APMC ਦੇ ਵਿੱਚ ਸੋਧਾਂ ਦੀ ਗੱਲ ਕੀਤੀ, ਆਪਣੇ ਚੋਣ ਮੈਨੀਫੈਸਟੋ ਵਿੱਚ ਜ਼ਿਕਰ ਕੀਤਾ। ਉਹ ਕੀ ਸੀ? ਕਾਂਗਰਸ ਕਿਹੜੀ ਸਿੱਧੀ ਆ, ਕਾਂਗਰਸ ਨੇ ਵੀ ਜਿਹੜੇ ਕੰਮ ਕੀਤੇ ਨੇ ਉਹ ਵੀ ਐਂਟੀ ਫਾਰਮਰ ਹੀ ਬਹੁਤੇ ਹੋਏ ਨੇ। ਇਹ ਕਹੂੰਗਾ ਵੀ ਜਿਹੜੇ ਦੇਸ਼ ਦੀ ਗਦਾਰੀ ਕਰਨ ਵਾਸਤੇ, ਦੇਸ਼ ਦੇ ਵਿੱਚ ਆਪਣਾ ਬਿਜ਼ਨਸ ਚਲਾਉਣ ਵਾਸਤੇ ਜਿਹੜੇ ਵੱਡੇ ਲੋਕਾਂ ਨੂੰ Z+ ਸਿਕਿਉਰਿਟੀ ਦਿੱਤੀ ਜਾਂਦੀ ਆ, ਉਹ ਇਸੇ ਕਰਕੇ ਦਿੱਤੀ ਜਾਂਦੀ ਆ ਵੀ ਜਿਹੜੇ ਲੋਕ ਜੁਝਾਰੂ ਲੋਕ ਨੇ ਜਾਂ ਸਵਾਲ ਕਰਨ ਵਾਲੇ ਲੋਕ ਨੇ ਜਾਂ ਪੀੜਤ ਲੋਕ ਨੇ, ਉਹ ਕਿਤੇ ਇਹਨਾਂ ਦੇ ਨੇੜੇ ਹੋ ਕੇ ਆਪਣੀ ਗੱਲ ਨਾ ਕਰ ਸਕਣ। ਮੈਂ ਅੱਜ ਜਿਹੜਾ ਪੰਜਾਬ ਦਾ ਨੌਜਵਾਨ ਜਿਹੜਾ ਕਿ ਇਸ ਮੂਵਮੈਂਟ ਦੇ ਵਿੱਚ ਹੁਣ ਆ ਚੁੱਕਾ ਆ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰੂੰਗਾ ਵੀ ਤੁਸੀਂ ਵੀ ਇੱਕ ਉਹੋ ਜਿਹੀ ਸਿਕਿਉਰਿਟੀ, ਜਿਹੜੇ 31 ਜਥੇਬੰਦੀਆਂ ਦੇ ਪ੍ਰਧਾਨ ਨੇ ਨਾ, ਉਹਨਾਂ ਦੇ ਦੁਆਲੇ ਤੁਸੀਂ ਵੀ 3-4 ਘੇਰਿਆਂ ਦਾ ਜਿਹੜਾ ਨਾ ਇੱਕ ਸਿਕਿਉਰਿਟੀ ਬਣਾਓ, ਤਾਂ ਕਿ ਇਹਨਾਂ ਲੀਡਰਾਂ ਦੇ ਵਿੱਚੋਂ ਵੀ ਕੋਈ ਕਿਤੇ ਇਹਨਾਂ ਦੇ ਕੋਲ ਇਹੋ ਜਿਹਾ ਵਿਚੋਲੀਆ ਨਾ ਇਹਨਾਂ ਦੇ ਕੋਲ ਆ ਜਾਏ ਜਿਹੜਾ ਕਿ ਸਾਡੇ ਸਾਰੇ ਇਸ ਮੂਵਮੈਂਟ ਨੂੰ ਫੇਲ ਕਰ ਦੇ। ਇਹ ਕਹਿੰਦੇ ਜੇ ਇਹ ਹੱਲ ਲੱਭਣਾ ਹੈ ਤਾਂ ਕੇਰਲ ਦੀ ਤਰਜ਼ ਤੇ ਜਾਓ ਕਿ ਮੰਡੀਕਰਨ ਜਿਹੜਾ ਉਹ ਮੰਡੀਆਂ ਖੋਲ੍ਹ ਦਿੱਤੀਆਂ ਜਾਣ ਵੱਡੇ ਪੱਧਰ ਤੇ, ਉਹ ਵੀ ਕੋਈ ਹੱਲ ਹੈ। ਸਾਨੂੰ ਜੇ ਮੁਕਾਬਲਾ ਕਰਨਾ ਚਾਹੀਦਾ ਜਾਂ ਨਕਲ ਕਰਨੀ ਚਾਹੀਦੀ ਹੈ ਤੇ ਚਾਈਨਾ ਮਾਡਲ ਦੀ ਕਿਤੇ ਨਾ ਕਿਤੇ ਕਰਨੀ ਚਾਹੀਦੀ ਆ। ਜਦੋਂ ਅਸੀਂ PL 470 ਦੇ ਵਿੱਚ ਆਪਾਂ ਕਣਕ ਬਾਹਰੋਂ ਮੰਗਵਾਈ ਸੀ, ਇੱਕ ਤੇ ਉਹ ਲਾਲ ਕਣਕ ਜਿਹੜੀ ਖਾਣ ਨੂੰ ਜਿਹੜੇ ਜਾਨਵਰਾਂ ਨੂੰ ਵੀ ਨਹੀਂ ਅਸੀਂ ਉਹੋ ਜਿਹੀ ਪਾਉਂਦੇ ਜਿਹੜੀ ਆ ਸਾਨੂੰ ਖਵਾਈ ਗਈ। ਫਿਰ ਉਹਦੇ ਵਿੱਚ ਉਦੋਂ ਕਹਿੰਦੇ ਨੇ ਵੀ ਉਹਦੇ ਵਿੱਚ ਨਾਲ ਗੁੱਲੀ ਡੰਡਾ ਤੇ ਜਿਹੜਾ ਕਾਂਗਰਸ ਗਰਾਸ, ਪਾਰਥੀਨੀਅਮ ਜਿਹੜਾ ਹੈਗਾ ਆ ਗਰਾਸ, ਇਹ ਵੀ ਉਹਦੀ ਦੇਣ ਆ, ਉਹਨੇ ਸਾਨੂੰ ਦਿੱਤਾ। ਉਹ ਅੱਜ ਸਾਡੇ ਖੇਤਾਂ ਦੇ ਵਿੱਚ ਇੱਕ ਸਮੱਸਿਆ ਬਣ ਕੇ ਖੜ ਗਿਆ ਹੈ। ਰੱਬ ਨਾ ਕਰੇ ਜੇ ਕਿਤੇ ਸਾਲ 2 ਸਾਲ ਦੀ ਔੜ ਕਿਤੇ ਚੱਲ ਗਈ ਤੇ ਜਿਹੜਾ ਇਹਨਾਂ ਨੂੰ ਮਾਣ ਆ ਵੀ ਸਾਡੀ ਮੱਧ ਪ੍ਰਦੇਸ਼ ਦੀ ਖੇਤੀ ਵੀ ਹੋਣ ਲੱਗ ਪਈ ਤੇ ਸਾਡੀ ਮਹਾਰਾਸ਼ਟਰ 'ਚ ਵੀ ਹੋਣ ਲੱਗ ਪਈ ਆ, ਜੇ 2 ਸਾਲ ਔੜ ਚੱਲ ਗਈ ਤੇ ਉਹ ਉੱਥੇ ਭੰਗ ਭੁੱਜ ਜਾਣੀ ਆ। ਸਤਿ ਸ਼੍ਰੀ ਅਕਾਲ ਜੀ, ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਸਰਕਾਰ ਤੇ ਕਿਸਾਨ ਆਮੋ ਸਾਹਮਣੇ ਨੇ, ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ। ਇਸ ਵਿਚਾਲੇ ਕਿਸਾਨੀ ਨੂੰ ਲੈ ਕੇ ਇੱਕ ਚਿੰਤਾ ਬਣੀ ਹੋਈ ਹੈ ਕਿ ਕਿਸਾਨਾਂ ਦਾ ਕੀ ਬਣੇਗਾ। ਕਿਸਾਨ ਵੀ ਸੋਚਦੇ ਨੇ, ਮਜ਼ਦੂਰ ਵੀ ਸੋਚਦੇ ਨੇ, ਆੜ੍ਹਤੀਏ ਵੀ ਸੋਚਦੇ ਨੇ, ਕਿਉਂਕਿ ਆਮ ਵਰਗ ਵੀ ਇਸ ਦੇ ਨਾਲ ਜੁੜਿਆ। ਉਹ ਵੀ ਸੋਚਦਾ ਹੈ ਕਿ ਜੇ ਖੇਤੀ ਆਰਡੀਨੈਂਸ ਜਿਹੜੇ ਲਾਗੂ ਹੋ ਜਾਂਦੇ ਨੇ ਤਾਂ ਪੰਜਾਬ ਦੀ ਦੁਰਦਸ਼ਾ ਹੋਏਗੀ। ਮੇਰੇ ਨਾਲ ਪੰਜਾਬ ਖੇਤੀਬਾੜੀ ਵਿਭਾਗ ਦੇ ਸਾਬਕਾ ਸੰਯੁਕਤ ਡਾਇਰੈਕਟਰ ਡਾਕਟਰ ਬਲਵਿੰਦਰ ਸਿੰਘ ਸੋਹਲ ਮੌਜੂਦ ਨੇ। ਅਸੀਂ ਜਾਣਾਂਗੇ ਕਿ ਅਕਾਲੀ ਦਲ ਬਾਦਲ ਪੰਜਾਬ ਦੇ ਵਿੱਚ 10 ਸਾਲ ਰਾਜ ਕਰ ਚੁੱਕਿਆ। ਇਸ ਵੇਲੇ ਕੈਪਟਨ ਦੀ ਸਰਕਾਰ ਹੈ। ਬਾਦਲਾਂ ਨੇ ਕਿਹੋ ਜਿਹੇ ਫੈਸਲੇ ਲਏ, ਕੈਪਟਨ ਦੀ ਸਰਕਾਰ ਨੇ ਕਿਹੋ ਜਿਹੇ ਫੈਸਲੇ ਲਏ, ਤੇ ਇਸ ਤੋਂ ਇਲਾਵਾ ਇਸ ਦਾ ਖੇਤੀ ਆਰਡੀਨੈਂਸ ਦਾ ਕਿਸਾਨਾਂ ਦੇ ਲਈ ਹੱਲ ਕੀ ਹੋ ਸਕਦਾ ਹੈ। ਜੇ ਸਮੱਸਿਆ ਪੈਦਾ ਹੋਈ ਹੈ ਤਾਂ ਇਹਦਾ ਹੱਲ ਵੀ ਜ਼ਰੂਰ ਹੋਵੇਗਾ। ਹੱਲ ਕੀ ਹੋ ਸਕਦਾ ਹੈ, ਕਿਵੇਂ NRI ਪੰਜਾਬੀ ਜਿਹੜੇ ਨੇ ਉਹ ਸਹਿਯੋਗ ਕਰ ਸਕਦੇ ਨੇ, ਇਹ ਸਭ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਡਾਕਟਰ ਬਲਵਿੰਦਰ ਸਿੰਘ ਸੋਹਲ ਵੀ ਚਿੰਤਤ ਨੇ। ਅਸੀਂ ਕਾਫੀ ਵਿਸਥਾਰ ਦੇ ਨਾਲ ਇਸ ਉੱਤੇ ਚਰਚਾ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਾਜ। ਬਹੁਤ ਬਹੁਤ ਮਿਹਰਬਾਨੀ ਤੇ ਤੁਹਾਡੇ ਲੋਕਰਾਜ ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਜਿਵੇਂ ਕਿ ਮੈਂ ਦੱਸਿਆ ਕਿ ਪਹਿਲਾਂ ਆਪਾਂ ਉੱਥੋਂ ਸ਼ੁਰੂ ਕਰੀਏ। 10 ਸਾਲ ਅਕਾਲੀ ਦਲ ਦੀ ਸਰਕਾਰ ਲਈ 2007 ਤੋਂ 2017 ਤੱਕ ਇਹੋ ਜਿਹੇ ਕਿਹੜੇ ਫੈਸਲੇ ਲੈਂਦੇ ਰਹੇ ਜਿਸ ਦੇ ਨਾਲ ਕਿਸਾਨੀ ਨੂੰ ਜਿਹੜਾ ਘਾਟਾ ਪੈਂਦਾ ਰਿਹਾ? ਸੁਖਵਿੰਦਰ ਸਿੰਘ, ਇਹਦੇ ਵਿੱਚ ਇੱਕ ਹੀ ਜੇ ਲਾਈਨ ਦੇ ਵਿੱਚ ਮੈਂ ਇਸ ਗੱਲ ਦਾ ਜਵਾਬ ਦੇਣਾ ਹੋਏ, ਤੁਹਾਡਾ ਸਵਾਲ ਤੇ ਬਹੁਤ ਲੰਬਾ ਆ। ਇਹੀ ਮੈਂ ਕਹੂੰਗਾ ਵੀ ਨੋਬਡੀ ਸੀਰੀਅਸ ਅਬਾਊਟ ਦਿਸ ਸਬਜੈਕਟ। ਵੀ ਖੇਤੀਬਾੜੀ ਜਿਹੜਾ ਕਿ ਇੱਕ ਸਟੇਟ ਸਬਜੈਕਟ ਜਿਹਨੂੰ ਅਸੀਂ ਕਹਿੰਦੇ ਹਾਂ, ਪਰੰਤੂ ਇਹਦੇ 'ਤੇ ਕਿਸੇ ਵੀ ਸਰਕਾਰ ਨੇ ਕਦੀ ਵੀ ਆਪਣੀ ਜਿਹੜੀ ਆ ਸੀਰੀਅਸਨੈਸ, ਆਪਣੀ ਗੰਭੀਰਤਾ ਜਿਹੜੀ ਆ ਉਹ ਕਦੀ ਸ਼ੋਅ ਨਹੀਂ ਕੀਤੀ। ਉਹਦੇ ਬੜੇ ਸਾਹਮਣੇ ਸਾਡੇ ਕੋਲ ਜਿਹੜੇ ਚੀਜ਼ਾਂ ਦਿਸਦੀਆਂ ਨੇ ਜਿਨ੍ਹਾਂ ਨੂੰ ਮੋਟੇ ਤੌਰ 'ਤੇ ਦੇਖ ਕੇ ਕਹਿ ਸਕਦੇ ਹਾਂ ਅਜੇ ਫਾਈਲਾਂ 'ਤੇ ਫੋਲਣ ਦੀ ਲੋੜ ਨਹੀਂ।
ਮੈਂ ਦੋ ਤਿੰਨ ਗੱਲਾਂ ਤੁਹਾਡੇ ਨਾਲ ਕਰ ਦਿੰਦਾ ਵੀ ਜਿਹੜਾ ਬਾਦਲ ਸਾਹਿਬ ਦੀ ਸਰਕਾਰ ਜਦੋਂ ਵੀ ਬਣੀ ਆ, ਇਹਨਾਂ ਨੇ ਹਮੇਸ਼ਾ ਸਾਨੂੰ ਉਹ ਮੰਤਰੀ ਦਿੱਤਾ ਆ ਜਿਸ ਮੰਤਰੀ ਨੂੰ ਸ਼ੰਭੂ ਤੋਂ ਗਾਂ ਅਗਲੀ ਨਾ ਤੇ ਭਾਸ਼ਾ ਆਉਂਦੀ ਆ, ਨਾ ਉਹਨੂੰ ਫਾਈਲਾਂ ਨੂੰ ਪੜ੍ਹਨਾ ਆਉਂਦਾ ਆ, ਸਿਰਫ ਆਪਣੇ ਨਾਂ ਨੂੰ ਮੋਟਾ ਕਰਕੇ ਲਿਖਣਾ ਉਹ ਜਾਣਦੇ ਸੀ। ਤੇ ਹੋਰ ਉਹਨਾਂ ਨੇ ਜਿੰਨਾ ਇਹੋ ਜਿਹੇ ਲੋਕ ਸੀ, ਚਾਹੇ ਉਹ ਕਿੰਨਾ ਵੀ ਕਿਸਾਨੀ ਪਰਿਵਾਰ ਦੇ ਵਿੱਚ ਜੰਮੇ ਹੋਣ, ਪਰ ਉੱਥੇ ਚੰਡੀਗੜ੍ਹ ਦੇ ਵਿੱਚ ਬਹਿ ਕੇ ਕੋਈ ਹੱਲ ਤੇ ਵਾਹੁਣਾ ਨਹੀਂ, ਉੱਥੇ ਤੇ ਪਾਲਿਸੀ ਬਣਾਈ ਜਾਣੀ ਸੀ। ਪਰ ਜਦੋਂ ਉਸ ਪਾਲਿਸੀ ਬਾਰੇ ਉਹਨਾਂ ਨੇ ਕਿਸੇ ਨਾਲ ਮੀਟਿੰਗ ਨਹੀਂ ਕਰ ਸਕਣੀ, ਕਿਸੇ ਬਾਹਰਲੇ ਡੈਲੀਗੇਸ਼ਨ ਨੂੰ ਅਟੈਂਡ ਨਹੀਂ ਕਰ ਸਕਣਾ, ਤੇ ਫਿਰ ਉਹੋ ਜਿਹੇ ਬੰਦਿਆਂ ਦਾ ਕੀ ਬਣਨਾ ਸੀ। ਕਿਉਂਕਿ ਬਾਦਲ ਸਾਹਿਬ ਨੇ ਪਹਿਲੀ ਜਦੋਂ ਸਾਨੂੰ ਦਿੱਤਾ ਹੈ ਮੰਤਰੀ ਗੁਰਦੇਵ ਸਿੰਘ ਬਾਦਲ, ਉਹ ਵੀ ਇੱਕ ਅਨਪੜ੍ਹ ਤੇ ਜਿਹੜੇ ਕਵੀਸ਼ੀਅਰ ਸੀ ਉਹਦੇ ਤੋਂ ਉਹਨਾਂ ਨੂੰ ਇੱਧਰ ਲਿਆਂਦਾ ਸੀ। ਉਸ ਤੋਂ ਬਾਅਦ ਸੁੱਚਾ ਸਿੰਘ ਲੰਗਾ, ਜਿਹਦੇ ਕਿਰਦਾਰ ਬਾਰੇ ਤੇ ਉਹਦੀ ਪੜ੍ਹਾਈ ਬਾਰੇ ਵੀ ਕੋਈ ਮੈਨੂੰ ਵਿਸਤਾਰ ਦੀ ਲੋੜ ਨਹੀਂ ਗੀ। ਫਿਰ ਆਪਣੇ ਕੋਲ ਜਿਹੜੇ ਜਥੇਦਾਰ ਤੋਤਾ ਸਿੰਘ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਵੀ ਕਹਿੰਦੇ ਨੇ ਵੀ ਉਹ 33 ਪਾ ਕੇ ਤੇ ਉੱਤੇ ਮੁੜ ਕੇ ਉੱਤੇ ਹੋੜਾ ਪਾ ਕੇ ਤੇ ਕੰਨਾ ਪਾ ਕੇ ਤੋਤਾ ਸਿੰਘ ਬਣਾ ਦਿੰਦੇ ਨੇ। ਵੀ ਇਹਨਾਂ ਲੋਕਾਂ ਨੇ ਕੀ ਸਾਡੀ ਪੰਜਾਬ ਦੀ ਪਾਲਿਸੀ ਨੂੰ ਕੀ ਦਿਸ਼ਾ ਦੇਣੀ ਸੀ, ਕੀ ਦੇ ਸਕਦੇ ਸੀ। ਇਹ ਤੇ ਬਾਦਲ ਸਾਹਿਬ ਦੇ ਵੇਲੇ ਦਾ ਆ। ਤੇ ਜੇ ਅਸੀਂ ਕੈਪਟਨ ਸਾਹਿਬ ਦੇ ਮੌਕੇ ਦੀ ਗੱਲ ਕਰ ਲੈਂਦੇ ਵੀ ਕੈਪਟਨ ਸਰਕਾਰ ਜਦੋਂ ਵੀ ਬਣੀ ਆ, ਇਹਨਾਂ ਦਾ ਡਿਜ਼ਾਈਨ ਬਹੁਤ ਵੱਖਰਾ ਹੈ। ਇਹ ਕੀ ਕਰਦੇ ਨੇ, ਇਹ ਮਹਿਕਮੇ ਨੂੰ ਆਪਣੇ ਕੋਲ ਰੱਖ ਲੈਂਦੇ ਨੇ, ਕਿਸੇ ਮੰਤਰੀ ਨੂੰ ਦਿੰਦੇ ਹੀ ਨਹੀਂ। ਤੇ ਇਹਨਾਂ ਦਾ ਜਿਹੜਾ ਸਟਾਈਲ ਜਾਂ ਫੰਕਸ਼ਨਿੰਗ ਆ ਉਹ ਮਹਾਰਾਜਿਆਂ ਵਾਲੀ ਆ। ਹੁਣ ਐਰਕਾਂ ਦੇ ਜਿਹੜੀ ਟਨਿਓਰ ਦੇ ਵਿੱਚ ਦੇਖ ਰਹੇ ਆ ਵੀ ਇਹ ਤੇ ਆਪਣੇ ਨਵੇਂ ਮਹੱਲ ਦੇ ਵਿੱਚੋਂ ਹੀ ਬਾਹਰ ਨਹੀਂ ਨਿਕਲ ਰਹੇ। ਇਹਨਾਂ ਤੇ ਮੈਨੂੰ ਲੱਗਦਾ ਇਹਨਾਂ ਨੂੰ ਆਪਣੇ ਸੈਕਟਰੀਆਂ ਦੇ ਨਾਂ ਨਹੀਂ ਪਤਾ ਹੋਣਾ, ਤੇ ਡਾਇਰੈਕਟਰ ਐਗਰੀਕਲਚਰ ਦਾ ਨਾਂ ਕਿੱਥੋਂ ਪਤਾ ਹੋਣਾ। ਇਹਨਾਂ ਨੂੰ ਆਪਣੇ ਨਾਂ ਡਾਇਰੈਕਟਰ ਐਗਰੀਕਲਚਰ ਦੇ ਨਾਂ ਦਾ ਪਤਾ, ਨਾ ਚੀਫਾਂ ਦਾ ਪਤਾ ਆ ਵੀ ਕਿਹੜਾ ਚੀਫ ਕਿਹੜੇ ਜ਼ਿਲ੍ਹੇ ਦੇ ਵਿੱਚ ਕੀ ਉਹਦੀ ਕਾਰਗੁਜ਼ਾਰੀ ਆ, ਕੀ ਉਹ ਕਰ ਰਿਹਾ ਆ, ਕੀ ਉਹਦੀ ਕੋਈ ਸ਼ਿਕਾਇਤ ਆ, ਕੀ ਉਹਨੇ ਵਧੀਆ ਕੰਮ ਕੀਤਾ ਆ। ਜਦੋਂ ਤੁਸੀਂ ਕਿਸੇ ਨਾਲ ਸਾਹਮਣੇ ਬੈਠ ਕੇ ਮੀਟਿੰਗ ਹੀ ਨਹੀਂ ਕਰਨੀ, ਅਗਲੇ ਦੀ ਪ੍ਰਗਤੀ ਪੁੱਛਣੀ ਨਹੀਂ, ਤੇ ਫਿਰ ਉੱਥੇ ਕੰਮ ਵੀ ਉਹਦੇ ਸਟੈਂਡ ਸਟਿਲ ਹੋਣਾ ਬਹੁਤ ਲਾਜ਼ਮੀ ਹੁੰਦਾ ਹੈ। ਇਸ ਕਰਕੇ ਇਸ ਜਿਹੜਾ ਕੈਪਟਨ ਸਰਕਾਰ ਆ, ਇਹ ਸਾਨੂੰ ਮੰਤਰੀ ਨਾ ਦੇ ਕੇ ਆਪਣੇ ਕੋਲ ਮਹਿਕਮਾ ਰੱਖ ਕੇ ਹਮੇਸ਼ਾ ਇਸ ਸਬਜੈਕਟ ਨੂੰ ਇਹਨਾਂ ਨੇ ਵੀ ਇਗਨੋਰ ਕੀਤਾ। ਤੇ ਜੇ ਆਪਾਂ ਕੈਪਟਨ ਸਰਕਾਰ ਦੀ ਗੱਲ ਕਰੀਏ, ਹੁਣ ਜਿਹੜਾ ਇਹਨਾਂ ਨੇ ਇਲਜ਼ਾਮ ਲੱਗ ਰਹੇ ਨੇ, ਹਰਸਿਮਰਤ ਕੌਰ ਬਾਦਲ ਹੋਣੀ, ਸੁਖਬੀਰ ਬਾਦਲ ਹੋਣੀ ਕਹਿੰਦੇ ਨੇ ਕਿ ਇਹਨਾਂ ਨੇ ਕੋਈ APMC ਦੇ ਵਿੱਚ ਸੋਧਾਂ ਦੀ ਗੱਲ ਕੀਤੀ, ਆਪਣੇ ਚੋਣ ਮੈਨੀਫੈਸਟੋ ਵਿੱਚ ਜ਼ਿਕਰ ਕੀਤਾ, ਉਹ ਕੀ ਸੀ? ਸੁਖਵਿੰਦਰ ਸਿੰਘ, ਇਹਦੇ 'ਚ ਮੋਟੇ ਲਫ਼ਜ਼ਾਂ 'ਚ ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਦੇ ਆਰ ਆਲ ਕਮਿੰਗ ਫਾਰ ਦੇਅਰ ਬਿਜ਼ਨੈਸਿਸ। ਇਹ ਤੇ ਆਪਣਾ ਵਪਾਰ ਵਧਾਉਣ ਲਈ ਜਾਂ ਵਪਾਰ ਦੇ ਵਿੱਚ ਹਿੱਸੇ ਪਾਉਣ ਲਈ ਜਿਹੜੇ ਇਹ ਮੰਤਰੀ ਪਦ ਜਾਂ ਜੋ ਕੁਛ ਸਰਕਾਰਾਂ ਬਣਦੀਆਂ ਨੇ, ਹੁਣ ਇਹ ਲੋਕ ਭਲਾਈ ਵਾਲੇ ਕੰਮ ਤੇ ਸਰਕਾਰਾਂ ਜਿਹੜੀਆਂ ਨੇ ਉਹ ਬਿਲਕੁਲ ਛੱਡ ਚੁੱਕੀਆਂ ਨੇ। ਕਿਸੇ ਵੀ ਸਰਕਾਰ ਦੇ ਵਿੱਚ ਲੋਕ ਭਲਾਈ ਦਾ ਕੰਮ ਆਪਾਂ ਨੂੰ ਨਹੀਂ ਦਿਸ ਰਿਹਾ। ਤੇ ਇਹਦੇ ਵਿੱਚ ਵੀ ਇਹਨਾਂ ਨੇ APMC ਦੇ ਵਿੱਚ ਦੇਖਿਆ ਸੀ ਵੀ ਜਿੱਥੇ ਇਹਨਾਂ ਦਾ ਨਹੀਂ ਠੀਕ ਆ ਰਿਹਾ, ਉੱਥੇ ਇਹ ਵੀ ਪ੍ਰਾਈਵੇਟ ਅਦਾਰੇ ਜਿਹੜੇ ਵਪਾਰ ਸੀ। ਕਾਂਗਰਸ ਕਿਹੜੀ ਸਿੱਧੀ ਆ, ਕਾਂਗਰਸ ਨੇ ਵੀ ਜਿਹੜੇ ਕੰਮ ਕੀਤੇ ਨੇ ਉਹ ਵੀ ਐਂਟੀ ਫਾਰਮਰ ਹੀ ਬਹੁਤੇ ਹੋਏ ਨੇ। ਤੇ ਇਸ ਕਰਕੇ ਇਹਨਾਂ ਨੇ ਵੀ ਇਹ ਜਨਾ APMC ਦੇ ਵਿੱਚ ਜਿਹੜੀਆਂ ਸੋਧਾਂ ਕੀਤੀਆਂ ਸੀ, ਉਹਦੇ 'ਚ ਵੀ ਇਹਨਾਂ ਨੇ ਜਿਹੜੀਆਂ ਸਰਕਾਰੀ ਮੰਡੀਆਂ ਸੀ ਉਹਨਾਂ ਨੂੰ ਕਿਵੇਂ ਡਿਲਿਊਟ ਕਰਨਾ ਆ, ਉਹਦੇ ਲਈ ਇਹਨਾਂ ਨੇ ਸਬਜ਼ੀਆਂ ਮੰਡੀਆਂ ਦੂਜੀਆਂ ਤੀਜੀਆਂ ਦੀਆਂ ਮੰਡੀਆਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਵੀ ਉੱਥੇ ਪ੍ਰਾਈਵੇਟ ਪਲੇਅਰ ਆਊਗਾ। ਤੇ ਉਹ ਵੀ ਜਿਹੜਾ ਇੱਕ ਭੰਨਤੋੜ ਇਹਨਾਂ ਨੇ ਸ਼ੁਰੂ ਕਰ ਦਿੱਤੀ ਸੀ, ਤੇ ਅੱਜ ਮੋਦੀ ਨੇ ਉਹਨੂੰ ਵੱਡੇ ਪੱਧਰ ਤੇ ਜਿਹੜੀ ਕਰ ਦਿੱਤੀ ਆ। ਤੇ ਉਹਦੇ ਵਿੱਚ ਬਾਦਲ ਜਿਹੜਾ ਪਰਿਵਾਰ ਉਹ ਵੀ ਭਾਈਵਾਲ ਪੂਰੇ ਦਾ ਪੂਰਾ ਆ। ਮੈਨੂੰ ਕਈ ਵਾਰੀ ਹੈਰਾਨਗੀ ਹੁੰਦੀ ਆ ਵੀ ਜਦੋਂ ਸੁਖਬੀਰ ਬਾਦਲ ਇਹ ਬਿਆਨ ਦਿੰਦੇ ਨੇ ਵੀ ਸਾਨੂੰ ਪਤਾ ਨਹੀਂ ਲੱਗਾ ਵੀ ਇਹ ਕਦੋਂ ਇਹਨਾਂ ਨੇ ਐਕਟਾਂ ਬਾਰੇ ਸੋਚਿਆ। ਵੀ ਜੇ ਤੁਹਾਨੂੰ ਪਤਾ ਨਹੀਂ ਲੱਗਾ ਤੇ ਬੀਬੀ ਜਿਹੜੀ ਹੈਗੀ ਸੀ ਹਰਸਿਮਰਤ ਕੌਰ ਬਾਦਲ, ਜਿਹੜੇ ਕਿ ਕੈਬਨਿਟ ਮਿਨਿਸਟਰ ਸੀ, ਉਹਨਾਂ ਨੂੰ ਜਦੋਂ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਉਹ ਅਕਾਲੀ ਦਲ ਦਾ ਮੈਂਬਰ ਨਹੀਂ ਸੀ, ਤੇ ਜੇ ਉਹ ਅਕਾਲੀ ਦਲ ਦੀ ਮੈਂਬਰ ਸੀ ਤੇ ਉਹਨੇ ਤੁਹਾਨੂੰ ਦੱਸਿਆ ਨਹੀਂ, ਫਿਰ ਉਹ ਵੀ ਵੱਡੀ ਓਡੀ ਗੁਨਾਹਗਾਰੀ ਆ। ਤੇ ਫਿਰ ਤੁਸੀਂ ਕਿਹੜੀ ਗੱਲ ਦੀ ਭਾਈਵਾਲੀ ਪਾ ਕੇ ਬੈਠੇ ਜੇ, ਕਿਹੜੀ ਗੱਲ ਦੀ ਕਰਕੇ ਬੈਠੇ ਜੇ? ਅੱਜ ਕਿਸਾਨ ਦੇ ਜਿਹੜੇ ਮੌਤ ਦੇ ਵਾਰੰਟ ਨੇ ਉਹਨਾਂ ਲਈ ਜ਼ਿੰਮੇਵਾਰ ਜਿੱਥੇ ਮੋਦੀ ਸਰਕਾਰ ਆ, ਉੱਥੇ ਅਕਾਲੀ ਵੀ ਉਨੇ ਹੀ ਨੇ, ਤੇ ਕਾਂਗਰਸ ਦਾ ਵੀ ਜਿਵੇਂ ਅਸੀਂ ਆ ਪਿਛਲੇ ਦਿਨਾਂ ਦਾ ਪੜ੍ਹ ਰਹੇ ਹਾਂ ਵੀ ਜਿਹੜੀ ਹਾਈ ਪਾਵਰਡ ਕਮੇਟੀਆਂ ਬਣੀਆਂ, ਉਹਦੇ ਵਿੱਚ CM ਦੇ ਜਿਹੜਾ ਮੈਂਬਰ ਸੀ, CM ਨੇ ਆਪਣੇ ਬਿਹਾਫ 'ਤੇ ਫਿਰ ਬਾਦਲ ਜਿਹੜਾ ਮਨਪ੍ਰੀਤ ਬਾਦਲ ਆ ਉਹਨੂੰ ਭੇਜ ਦਿੱਤਾ। ਮੈਂ ਤਾਂ ਕਹਿੰਦਾ ਵੀ ਸ਼ਾਇਦ ਪੰਜਾਬ ਨੂੰ ਗ੍ਰਹਿਣ ਜਿਹੜਾ ਨਾ ਉਹ ਬਾਦਲ ਪਰਿਵਾਰ ਨਾਲ ਇੱਕ ਜੁੜ ਜਿਹਾ ਗਿਆ ਆ। ਜੇ ਬੇਅਦਬੀਆਂ ਦੇ ਮਾਮਲੇ 'ਚ ਲਾ ਲਓ, ਕਿਸੇ ਮਸਲੇ ਦੇ ਵਿੱਚ ਜੇ ਆ ਸਰੂਪਾਂ ਦੇ ਗੁੰਮ ਹੋਣ ਦੀ ਗੱਲ 'ਚ ਜਾਂਦੇ ਆ ਤਾਂ ਬਾਦਲ ਪਰਿਵਾਰ ਦਾ ਰੋਲ, ਜੇ ਉਹ ਬੇਅਦਬੀ ਦਾ ਮਾਮਲਾ ਤਾਂ ਬਾਦਲਾਂ ਦਾ ਰੋਲ, ਜੇ ਹੁਣ ਫੇਲ ਹੋਣ ਆਰਡੀਨੈਂਸਾਂ ਦੇ ਉੱਤੇ ਅਕਾਲੀ ਦਲ ਵਾਲੇ ਬੰਨਿਓ ਜੇ ਸਹਿਮਤੀ ਆ ਤਾਂ ਬਾਦਲ, ਤੇ ਜੇ ਕਾਂਗਰਸ ਵਾਲੇ ਬੰਨਿਓ ਭੇਜਿਆ ਤੇ ਮਨਪ੍ਰੀਤ ਬਾਦਲ,
ਉਹ ਇਹ ਬਾਦਲ ਨਾਲ ਪਤਾ ਨਹੀਂ ਕਿਉਂ ਜੁੜ ਗਿਆ, ਇਹ ਕਿਉਂ ਕਲੰਕ ਬਣ ਗਿਆ ਆ। ਤੇ ਮੈਨੂੰ ਲੱਗਦਾ ਵੀ ਇਹ ਜਿਹੜੇ ਇਹਦੇ ਪਿੱਛੇ ਕੋਈ ਇੰਨਾ ਝੂਠ ਨਹੀਂ ਹੋ ਸਕਦਾ, ਜ਼ਰੂਰ ਕੋਈ ਸੱਚਾਈ ਹੋਊਗੀ। ਇਸ ਪਰਿਵਾਰ ਦੇ ਕੋਈ ਕੰਮ ਹੀ ਇਹੋ ਜਿਹੇ ਹੋਣਗੇ ਜਿਹੜੇ ਕਿ ਪੰਜਾਬ ਲਈ ਹਮੇਸ਼ਾ ਐਂਟੀ ਹੋ ਕੇ ਚੱਲ ਰਹੇ ਨੇ। ਜੇ ਆਪਾਂ ਬਿੱਲਾਂ ਦੀ ਗੱਲ ਕਰੀਏ ਜਿਹੜੇ ਕੇਂਦਰ ਸਰਕਾਰ ਨੇ ਲਿਆਂਦੇ ਨੇ, ਕੈਪਟਨ ਤੇ ਬਾਦਲ ਦੀ ਕਾਰਗੁਜ਼ਾਰੀ ਦਾ ਪਤਾ ਤਾਂ ਲੱਗ ਹੀ ਗਿਆ। ਇਹਨਾਂ ਦਾ ਹੱਲ ਕੀ ਹੈ? ਸਮੱਸਿਆਵਾਂ ਕਿਉਂਕਿ ਸਭ ਨੂੰ ਪਤਾ ਨੇ ਕਿ ਐਮਐਸਪੀ ਦਾ ਭਰੋਸਾ ਸਰਕਾਰ ਨਹੀਂ ਦੇ ਰਹੀ। ਉਹ ਸਰਕਾਰ ਕਹਿ ਤਾਂ ਰਹੀ ਹੈ, ਵਰਬਲੀ ਤੌਰ ਤੇ ਕਹਿ ਰਹੀ ਹੈ, ਕੋਈ ਬਿੱਲ ਨਹੀਂ ਇਹੋ ਜਿਹਾ ਲਿਆਂਦਾ ਜਾ ਰਿਹਾ ਕਿ ਐਮਐਸਪੀ ਪੱਕੀ ਰਵੇ ਕਿਸਾਨਾਂ ਦੇ ਲਈ। ਹਾਲਾਂਕਿ ਭਾਅ ਨਹੀਂ ਮਿਲਦਾ, ਫਿਰ ਵੀ ਕਿਸਾਨ ਜਿਹੜੇ ਉਹ ਪਰੇਸ਼ਾਨ ਹੁੰਦੇ ਨੇ। ਹੱਲ ਕੀ ਹੈ ਜੇ ਆਪਾਂ ਹੱਲ ਦੇ ਵੱਲ ਜਾਈਏ ਤਾਂ? ਸੁਖਵਿੰਦਰ ਜੀ, ਪਹਿਲਾ ਹੱਲ ਤੇ ਇਹਨਾਂ ਜਿਹੜੇ ਐਕਟ ਆਏ ਨੇ ਇਹਨਾਂ ਨੂੰ ਰੱਦ ਕਰਵਾਉਣਾ ਹੀ ਪਹਿਲਾ ਹੱਲ ਆ। ਜੇ ਅਸੀਂ ਇਹਨਾਂ ਨੂੰ ਰੱਦ ਨਾ ਕਰਵਾਇਆ ਤੇ ਫਿਰ ਜਿਹੜੀ ਆ ਫਿਰ ਉਸ ਤੋਂ ਬਾਅਦ ਦੀ ਜਿਹੜੀ ਪਲੈਨਿੰਗ ਆ ਉਹ ਪੰਜਾਬ ਦੇ ਵਿੱਚ ਜਿਹੜਾ ਛੋਟਾ ਕਿਸਾਨ ਆ ਉਹ 'ਚ ਬੜੇ ਵੱਡੇ ਪੱਧਰ ਤੇ ਜਿਹੜੀ ਇੱਕ ਖੁਦਕੁਸ਼ੀਆਂ ਦੀ ਜਿਹੜੀ ਗੱਲ ਹੈ ਨਾ ਉਹ ਸ਼ੁਰੂ ਹੋ ਜਾਣੀ ਆ। ਹੱਲ ਕਿੱਦਾਂ? ਹੱਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਕਿਸਾਨ ਆਪਣਾ ਮੋਰਚਾ ਲੈ ਕੇ ਜਾ ਰਹੇ ਨੇ, ਇਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਬਿੱਲ ਰੱਦ ਹੋ ਸਕਦੇ ਨੇ? ਕਿਉਂਕਿ ਸੰਘਰਸ਼ ਕੋਈ ਇੱਕ ਅੱਧੇ ਦਿਨ ਦੀ ਕਹਾਣੀ ਤਾਂ ਹੈ ਨਹੀਂ, ਇਹ ਤਾਂ ਲੰਮੇ ਸਮੇਂ ਤੱਕ ਚੱਲ ਸਕਦੇ ਨੇ। ਸੁਖਵਿੰਦਰ, ਇਹਦੇ 'ਚ ਇੱਕ ਮੇਰੇ ਮਨ ਦਾ ਇੱਕ ਖਿਆਲ ਆ ਵੀ ਜਿਵੇਂ ਜਿਹੜੇ ਲੋਕ ਗਦਾਰ, ਮੈਂ ਤਾਂ ਇਹ ਕਹੂੰਗਾ ਵੀ ਜਿਹੜੇ ਦੇਸ਼ ਦੀ ਗਦਾਰੀ ਕਰਨ ਵਾਸਤੇ, ਦੇਸ਼ ਦੇ ਵਿੱਚ ਆਪਣਾ ਬਿਜ਼ਨਸ ਚਲਾਉਣ ਵਾਸਤੇ ਜਿਹੜੇ ਵੱਡੇ ਲੋਕਾਂ ਨੂੰ Z+ ਸਿਕਿਉਰਿਟੀ ਦਿੱਤੀ ਜਾਂਦੀ ਆ, ਉਹ ਇਸੇ ਕਰਕੇ ਦਿੱਤੀ ਜਾਂਦੀ ਆ ਵੀ ਜਿਹੜੇ ਲੋਕ ਜੁਝਾਰੂ ਲੋਕ ਨੇ ਜਾਂ ਸਵਾਲ ਕਰਨ ਵਾਲੇ ਲੋਕ ਨੇ ਜਾਂ ਪੀੜਤ ਲੋਕ ਨੇ ਉਹ ਕਿਤੇ ਇਹਨਾਂ ਦੇ ਨੇੜੇ ਹੋ ਕੇ ਆਪਣੀ ਗੱਲ ਨਾ ਕਰ ਸਕਣ। ਉਹ ਸਿਰਫ ਇਹਨਾਂ ਨੂੰ ਰੋਕਣ ਲਈ ਹੁੰਦੀ ਆ ਜਾਂ ਉਹਨਾਂ ਤੋਂ ਬਚਾਉਣ ਲਈ ਹੁੰਦੀ ਆ। ਮੈਂ ਅੱਜ ਜਿਹੜਾ ਪੰਜਾਬ ਦਾ ਨੌਜਵਾਨ ਜਿਹੜਾ ਕਿ ਇਸ ਮੂਵਮੈਂਟ ਦੇ ਵਿੱਚ ਹੁਣ ਆ ਚੁੱਕਾ ਆ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰੂੰਗਾ ਵੀ ਤੁਸੀਂ ਵੀ ਇੱਕ ਉਹੋ ਜਿਹੀ ਸਿਕਿਉਰਿਟੀ ਜਿਹੜੇ 31 ਜਥੇਬੰਦੀਆਂ ਦੇ ਪ੍ਰਧਾਨ ਨੇ ਨਾ, ਉਹਨਾਂ ਦੇ ਦੁਆਲੇ ਤੁਸੀਂ ਵੀ 3-4 ਘੇਰਿਆਂ ਦਾ ਜਿਹੜਾ ਨਾ ਇੱਕ ਸਿਕਿਉਰਿਟੀ ਬਣਾਓ, ਤਾਂ ਕਿ ਇਹਨਾਂ ਲੀਡਰਾਂ ਦੇ ਵਿੱਚੋਂ ਵੀ ਕੋਈ ਕਿਤੇ ਇਹਨਾਂ ਦੇ ਕੋਲ ਇਹੋ ਜਿਹਾ ਵਿਚੋਲੀਆ ਨਾ ਇਹਨਾਂ ਦੇ ਕੋਲ ਆ ਜਾਏ ਜਿਹੜਾ ਕਿ ਸਾਡੇ ਸਾਰੇ ਇਸ ਮੂਵਮੈਂਟ ਨੂੰ ਫੇਲ ਕਰ ਦੇ। ਤੇ ਇੱਕ ਉਹਨਾਂ ਨੂੰ ਕੋਈ ਇਹੋ ਜਿਹੀ ਗੱਲ ਨਾ ਕਿਤੇ ਹੋ ਜਾਏ ਵੀ ਜੇ ਕੋਈ ਲੀਡਰ ਅੱਗੇ ਹੋ ਕੇ ਚੱਲ ਰਿਹਾ ਮੂਵਮੈਂਟ ਉਹਦੇ ਆਸਰੇ ਚੱਲਣ ਦੀ ਆ, ਕੋਈ ਸਰਕਾਰ ਦਾ ਜਾਂ ਕੋਈ ਸਿਰ ਫਿਰਿਆ ਆਣ ਕੇ ਉਹਨੂੰ ਗੋਲੀ ਮਾਰ ਕੇ ਜਾਂ ਕਿਸੇ ਤਰ੍ਹਾਂ ਨੁਕਸਾਨ ਪਹੁੰਚਾ ਦੇ, ਉਸ ਤੋਂ ਵੀ ਬਚਾਉਣ ਦੀ ਲੋੜ ਆ। ਤੇ ਸਭ ਤੋਂ ਵੱਡੀ ਲੋੜ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਵੀ ਕੋਈ ਲੀਡਰ ਕਿਤੇ ਵਿਕ ਨਾ ਜਾਏ, ਉਹਦੇ ਦੇ ਜੇ 4 ਤਰ੍ਹਾਂ ਦਾ ਘੇਰਾ ਉਹਦੇ ਪਹਿਲੋਂ ਦੁਆਲੇ ਹੋਊਗਾ, ਜੇ ਉਹਦੇ ਚੋਂ ਲੰਘ ਕੇ ਜਾ ਕੇ ਲੀਡਰ ਕੋਲ ਪਹੁੰਚੂਗਾ ਤੇ ਫੇਰ ਬੜਾ ਔਖਾ ਹੋਊਗਾ। ਇਸ ਕਰਕੇ ਮੈਂ ਕਹੂੰਗਾ ਵੀ ਇਸ ਮੂਵਮੈਂਟ ਨੂੰ ਜੇ ਕਾਮਯਾਬ ਕਰਨਾ ਆ ਤੇ ਨੌਜਵਾਨਾਂ ਨੂੰ ਬੜਾ ਜਾਗਰੂਕ ਹੋ ਕੇ ਕਰਨਾ ਚਾਹੀਦਾ ਆ। ਤੇ ਪਹਿਲਾ ਹੱਲ ਤੇ ਇਹਦਾ ਸਿਰਫ ਇਸ ਮਜ਼ਿਆਂ ਨੂੰ ਰੱਦ ਕਰਾ ਦੇ ਕੇ ਹੋਣਾ ਆ। ਅਦਰਵਾਈਜ਼ ਜੇ ਅਸੀਂ ਇਹ ਪਾਸ ਹੋ ਗਏ, ਲਾਗੂ ਹੋ ਗਏ, ਤੇ ਫਿਰ ਇਹਨਾਂ ਲਈ ਜਿਹੜੀਆਂ ਨਵੀਆਂ ਵਿਉਂਤਬੰਦੀਆਂ ਨੇ ਉਹਨਾਂ 'ਤੇ ਸੋਚਣਾ ਪੈਣਾ ਆਪਾਂ ਨੂੰ। ਉਹ ਮੁੜ ਕੇ ਬਾਅਦ ਦੇ ਜਿਹੜੇ ਹੈਗੇ ਨੇ ਬ੍ਰੇਨਸਟਾਰਮਿੰਗ ਸੈਸ਼ਨਸ, ਉਹਨਾਂ ਦੇ ਵਿੱਚ ਬੈਠ ਕੇ ਇਹਦੇ 'ਤੇ ਵਿਚਾਰਾਂ ਹੋਰ ਹੋ ਸਕਦੀਆਂ ਨੇ। ਹੋਰ ਵਿਚਾਰਾਂ ਦੇ ਵਿੱਚ ਇੱਕ ਹੋਰ ਗੱਲ ਇਹ ਆਉਂਦੀ ਹੈ, ਕਹਿੰਦੇ ਜੇ ਹੱਲ ਲੱਭਣਾ ਹੈ ਤਾਂ ਕੇਰਲ ਦੀ ਤਰਜ਼ ਤੇ ਜਾਓ ਕਿ ਮੰਡੀਕਰਨ ਜਿਹੜਾ ਉਹ ਮੰਡੀਆਂ ਖੋਲ੍ਹ ਦਿੱਤੀਆਂ ਜਾਣ ਵੱਡੇ ਪੱਧਰ ਤੇ। ਉਹ ਵੀ ਕੋਈ ਹੱਲ ਹੈ? ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਏਕਾ ਹੋ ਸਕਦਾ? ਸੁਖਵਿੰਦਰ, ਇਹ ਤਾਂ ਬੜੇ ਚਿਰ ਤੋਂ ਵੈਸੇ ਅਸੀਂ ਪੰਜਾਬ ਦੇ ਵਿੱਚ ਗੱਲ ਕਰ ਰਹੇ ਸੀ ਵੀ ਪੰਜਾਬ ਦੀ ਜਿਵੇਂ ਹੁਣ ਛੋਟੀ ਖੇਤੀ, ਬਹੁਤ ਜ਼ਿਆਦਾ ਛੋਟੀ ਖੇਤੀ ਆ, ਏਡੀ ਖੇਤੀ ਨੂੰ ਜੇ ਵਾਈਬਲ ਬਣਾਉਣਾ ਹੋਏ ਤਾਂ ਉਹ ਬਹੁਤ ਔਖਾ ਹੈ। ਕਿਉਂਕਿ ਪ੍ਰੋਜੈਕਟ ਜਿਹੜੇ ਨੇ ਕੋਈ ਵੀ ਜਿਹੜੀ ਅੱਜ ਕੱਲ੍ਹ ਮਸ਼ੀਨਰੀ ਜਿੰਨੀ ਆ ਰਹੀ ਆ, ਮਸ਼ੀਨਰੀ ਸਾਰੀ ਵੱਡੀ ਮਸ਼ੀਨਰੀ ਜਿਹੜੀ ਆ ਰਹੀ ਹੈ ਵੱਡੇ ਟਰੈਕਟਰਾਂ ਦੇ ਮਗਰ ਪੈ ਕੇ ਚੱਲਣ ਵਾਲੀ ਆ। ਤੇ ਜਿਹੜਾ ਵੱਡੇ ਟਰੈਕਟਰ ਦੇ ਨੇ ਜਿਹੜੇ ਕੰਮ ਨੇ ਉਹਨੇ ਜ਼ਿਆਦਾ ਏਰੀਆ ਤਾਂ ਹੀ ਹੋਊਗਾ, ਤਾਂ ਹੀ ਵੱਡਾ ਟਰੈਕਟਰ ਵੀ ਵਾਈਬਲ ਹੋਊਗਾ, ਨਹੀਂ ਤਾਂ ਵੱਡਾ ਟਰੈਕਟਰ ਵੀ ਕਿਸੇ ਦੇ ਲਈ। ਉਹਦੇ ਲਈ ਇਹੀ ਅਸੀਂ ਕਹਿੰਦੇ ਸੀ ਵੀ ਇੱਕ ਕੋਆਪਰੇਟਿਵ ਜਿਹੜੀ ਮੁਹਿੰਮ ਆ, ਜਿਹੜੀ ਕਿ ਕੋਆਪਰੇਟਿਵ ਪੰਜਾਬ ਦੇ ਵਿੱਚ ਚੱਲ ਸਕਦੀ ਸੀ। ਕਿਉਂਕਿ ਪਹਿਲਾਂ ਤਾਂ ਅਸੀਂ ਇਹ ਸਾਰੇ ਸੋਚਦੇ ਹੁੰਦੇ ਸੀ ਵੀ ਸ਼ਾਇਦ ਪੰਜਾਬ ਦੀ ਖੇਤੀ ਜਿਹੜੀ ਹੈ ਕੋਆਪਰੇਟਿਵ ਪੰਜਾਬ ਦੇ ਨੇਚਰ ਦੇ ਵਿੱਚੋਂ ਖਤਮ ਹੋ ਗਈ ਹੈ ਵੀ ਇਹ ਇਕੱਠੇ ਨਹੀਂ ਹੋਣਾ ਜਾਣਦੇ। ਪਰ ਇਸ ਵੇਲੇ ਆ ਜਿਹੜੀ ਮੂਵਮੈਂਟ ਬਣੀ ਹੈ ਜਿਸ 'ਚ 31 ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਉਹਦੇ ਤੋਂ ਇੱਕ ਆਸ ਇਹ ਜ਼ਰੂਰ ਜਾਗੀ ਆ ਵੀ ਪੰਜਾਬ ਦੇ ਵਿੱਚ ਜੇ ਕੋਆਪਰੇਟਿਵ ਮੂਵਮੈਂਟ ਨੂੰ ਵੀ ਇਸੇ ਤਰ੍ਹਾਂ ਰਲ ਕੇ ਆਪਾਂ ਚਲਾਈਏ ਤੇ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਕਿਸਾਨਾਂ ਦੀਆਂ ਬਣਨਗੀਆਂ, ਉਹ ਆਪਣੇ ਪੱਧਰ 'ਤੇ ਕੰਮ ਕਰਨ। ਉਹ ਸਰਕਾਰੀ ਕੋਆਪਰੇਟਿਵ ਸੁਸਾਇਟੀਆਂ ਵਾਂਗੂ ਨਹੀਂ ਜਿਹੜੀਆਂ ਹੁਣ ਇਸ ਵੇਲੇ ਨੇ। ਕਿਉਂਕਿ ਹੁਣ ਤਾਂ ਜਿੰਨੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਉੱਤੇ ਸਰਕਾਰ ਦਾ ਬਹੁਤਾ ਦਖਲਅੰਦਾਜ਼ੀ ਆ। ਜਿਹੜੇ ਪ੍ਰਧਾਨ ਨੇ, ਕਈ ਵਾਰੀ ਮੈਂ ਜਦੋਂ ਚੀਫ ਸੀ, ਕਈ ਪ੍ਰਧਾਨਾਂ ਨੇ ਆਣ ਕੇ ਮੈਨੂੰ ਸ਼ਿਕਾਇਤ ਕਰਨੀ, ਜੀ ਸਾਡੀ ਉਹ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਉਹ ਜਿਹੜਾ ਸੈਕਟਰੀ ਆ ਜੀ, ਉਹ ਖਾਦ ਦੀ ਸਾਡੀ ਦੇ ਆਹ ਖਾਦ ਮਾੜੀ ਖਾਦ ਸਾਨੂੰ ਮਿਲ ਰਹੀ ਆ ਜੀ, ਸਾਨੂੰ ਉਹ ਮਿਲ ਰਿਹਾ। ਤੇ ਮੈਂ ਉਹਨਾਂ ਨੂੰ ਹੱਸਦਾ ਹੁੰਦਾ ਵੀ ਯਾਰ ਇਹ ਸ਼ਿਕਾਇਤ ਤੂੰ ਸੈਕਟਰੀ ਦੀ ਲਾਉਣਾ ਹੈ ਕਿ ਆਪਣੀ ਲਾ ਰਿਹਾ ਹੈ? ਵੀ ਤੈਨੂੰ ਪਤਾ ਵੀ ਤੂੰ ਪ੍ਰਧਾਨ ਹੈ ਤੇ ਇਹ ਤਾਂ ਤੇਰੀ ਜ਼ਿੰਮੇਵਾਰੀ ਸੀ, ਤੂੰ ਖਰੀਦਣੀ ਸੀ।
ਇਹ ਸੈਕਟਰੀ ਦੀ ਜ਼ਿੰਮੇਵਾਰੀ ਥੋੜੀ ਸੀ। ਸੈਕਟਰੀ ਤੇ ਇੱਕ ਤੈਨੂੰ ਕਲਰਕ ਦੇ ਤੌਰ ਤੇ ਦਿੱਤਾ ਗਿਆ ਸੀ ਵੀ ਉਹਨੇ ਹਿਸਾਬ ਕਿਤਾਬ ਰੱਖਣਾ ਸੀ, ਤੇ ਤੂੰ ਸਾਰੀ ਜ਼ਿੰਮੇਵਾਰੀ ਉਹਨੂੰ ਦੇ ਕੇ ਤੇ ਆਪ ਮੇਰੇ ਕੋਲ ਅੱਜ ਸ਼ਿਕਾਇਤ ਲੈ ਕੇ ਫਿਰਦਾ ਆ। ਇਸ ਕਰਕੇ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ, ਕਿਸਾਨ ਆਪਣੇ ਪੱਧਰ ਤੇ ਇਹਨਾਂ ਨੂੰ ਚਲਾਉਣ, ਤੇ ਫਿਰ ਉਹਦੇ ਵਿੱਚ ਵੱਡੀ ਗੱਲ ਜਿਹੜਾ ਆਪਣਾ ਜਿਹੜਾ ਬਹੁਤ ਵੱਡਾ ਇੱਕ ਵਰਗ ਜਿਹੜਾ ਆ ਅੱਜ ਦੂਜੇ ਦੇਸ਼ਾਂ ਦੇ ਵਿੱਚ ਜਾ ਬੈਠਾ ਹੈ, ਭਾਵੇਂ ਉਹ ਅਮਰੀਕਾ ਦੇ ਵਿੱਚ ਬੈਠਾ, ਚਾਹੇ ਕੈਨੇਡਾ ਬੈਠਾ ਹੈ, ਚਾਹੇ ਆਸਟ੍ਰੇਲੀਆ ਬੈਠਾ ਹੈ, ਚਾਹੇ ਯੂਰਪੀਅਨ ਕੰਟਰੀਜ਼ ਦੇ ਵਿੱਚ ਕਿਤੇ ਵੀ ਬੈਠਾ ਹੈ, ਪਰ ਉਹਦਾ ਸਵਾਦ ਜਿਹੜਾ ਹੈ ਨਾ, ਅੱਜ ਵੀ ਜੀਭ ਦਾ ਸਵਾਦ ਜਿਹੜਾ ਉਹ ਭਾਲਦਾ ਹੈ ਵੀ ਮੈਨੂੰ ਜਿਹੜੀ ਪੰਜਾਬ ਦੀ ਮਿੱਟੀ ਦੇ ਵਿੱਚ ਪੈਦਾ ਹੋਈ ਬਾਸਮਤੀ ਆ, ਜਾਂ ਇੱਥੋਂ ਦੇ ਅੰਬ ਜਿਹੜਾ ਪੈਦਾ ਹੋਇਆ ਹੁਸ਼ਿਆਰਪੁਰ ਦਾ, ਉਹਦਾ ਜਿਹੜਾ ਦੇਸੀ ਅੰਬ ਦਾ ਅਚਾਰ ਆ ਉਹ ਮੈਨੂੰ ਮਿਲੇ, ਉੱਥੋਂ ਪੈਦਾ ਹੋਈ ਫਸਲ ਦੀ ਕੋਈ ਸਬਜ਼ੀ ਸਾਗ ਜਿਹੜਾ ਉਹ ਬਣ ਕੇ ਮੇਰੇ ਕੋਲ ਆਏ, ਉਹਨੂੰ ਉਹੀ ਸਵਾਦ ਲੱਗਦਾ ਹੈ। ਭਾਵੇਂ ਲੱਖ ਉੱਥੋਂ ਤੁਸੀਂ ਹੋਰ ਕਿਸੇ ਕੰਟਰੀ ਦੇ ਵਿੱਚੋਂ ਉਹਨੂੰ ਕੋਈ ਮੁਰੱਬੇ, ਅਚਾਰ, ਸ਼ਹਿਦ ਚੱਲ ਜਾਣ, ਪਰੰਤੂ ਉਹ ਖਾਊਗਾ ਤਾਂ ਜ਼ਰੂਰ ਪਤਾ ਉਹਦਾ ਟੇਸਟ ਨਹੀਂਗਾ। ਇਸ ਕਰਕੇ ਮੈਂ ਨਾ ਵੀ ਇੱਕ ਆਪਣੇ ਕੋਲ ਮੰਡੀ ਹੈ ਆ, ਉਸ ਮੰਡੀ ਨੂੰ ਆਪਾਂ ਜਿਹੜਾ ਪੰਜਾਬ ਦਾ ਕਿਸਾਨ ਆ, ਸਰਕਾਰ ਨੂੰ ਪਰ ਵਿੱਚ ਖਲੋਣਾ ਪਊਗਾ। ਇਕੱਲੇ ਸਰਕਾਰ ਦੀ ਅਜੇ ਕਿਸਾਨ ਦੀ ਐਡੀ ਹਿੰਮਤ ਨਹੀਂ ਵੀ ਉਹ ਉੱਥੋਂ ਤੱਕ ਪਹੁੰਚ ਕਰ ਸਕੂਗਾ, ਪਰ ਉਹਦੇ ਵਾਸਤੇ ਸਰਕਾਰਾਂ ਨੂੰ ਹੁਣ ਕੋਈ ਪਲੈਨਿੰਗ ਇਸ ਤਰ੍ਹਾਂ ਦੀ ਪੰਜਾਬ ਸਰਕਾਰ ਨੂੰ ਖਾਸ ਤੌਰ ਤੇ ਕਰਨੀ ਚਾਹੀਦੀ ਆ, ਤਾਂ ਕਿ ਅਸੀਂ ਇੱਥੇ ਕਿਸਾਨਾਂ ਦੇ ਗਰੁੱਪ ਬਣਾ ਕੇ ਉਹਨਾਂ ਦੇ ਕੋਲੋਂ ਇਹੋ ਜਿਹੀਆਂ ਚੀਜ਼ਾਂ ਪੈਦਾ ਕਰਵਾ ਕੇ ਅਸੀਂ ਐਕਸਪੋਰਟ ਦਾ ਲਾਇਸੈਂਸ ਲੈ ਕੇ ਆਪਾਂ ਕੈਨੇਡਾ ਦੇ ਵਿੱਚ ਆਪਣੀਆਂ ਦੁਕਾਨਾਂ ਖੋਲ੍ਹੀਏ, ਆਪਾਂ ਉਧਰ ਜਿੱਥੇ ਜਿੱਥੇ ਵੀ ਆਪਣਾ ਪੰਜਾਬੀ ਭਰਾ ਬੈਠਾ ਉੱਥੇ ਖੋਲ੍ਹੀਏ। ਮੈਂ ਨਾ ਉਹ ਹੱਸ ਕੇ ਲੈਣਗੇ, ਜੇ ਨਹੀਂ ਤੇ ਅੱਜ ਮੈਂ ਦੇਖ ਕੇ ਆਇਆ ਬਾਹਰਲਾ ਇੱਕ ਟੂਰ ਲਾ ਕੇ ਦੇਖਿਆ ਸੀ ਵੀ ਜੋ ਵੀ ਬਹੁਤੇ ਅਚਾਰ ਜਾਂ ਮੁਰੱਬੇ ਜਾਂ ਹੋਰ ਜਿਹੜੇ ਨੇ ਚਾਵਲ, ਉਹ ਪਾਕਿਸਤਾਨ ਦੀ ਧਰਤੀ ਤੋਂ ਜਿਹੜੇ ਪੈਦਾ ਹੋਏ ਉਹ ਉੱਥੇ ਜਾ ਰਹੇ ਨੇ, ਪਰੰਤੂ ਕਿਉਂਕਿ ਉਹਨਾਂ ਦਾ ਪੌਣ ਪਾਣੀ ਥੋੜ੍ਹਾ ਜਿਹਾ ਸਾਡੇ ਨਾਲ ਰਲਦਾ ਆ, ਪਰੰਤੂ ਜਿਹੜਾ ਪੰਜਾਬ ਦੀ ਧਰਤੀ ਦਾ, ਪੰਜਾਬ ਨਾਲ ਜੁੜਿਆ ਜਿਹੜਾ NRI ਆ, ਜਦੋਂ ਉਹਦੇ ਸਾਹਮਣੇ ਇੱਕ ਪਟਿਆਲੇ ਦਾ ਜਾਂ ਅੰਮ੍ਰਿਤਸਰ ਦਾ ਜਾਂ ਗੁਰਦਾਸਪੁਰ ਦੀ ਬਣੀ ਚੀਜ਼ ਉਹਦੇ ਗਾੜੀ ਹੋਊਗੀ, ਉਹ ਲਾਹੌਰ ਦੀ ਚੀਜ਼ ਨੂੰ ਨਹੀਂ ਖਰੀਦੂਗਾ। ਉਸ ਵੇਲੇ ਆਪਾਂ ਉਸ ਬੜੀ ਵੱਡੀ ਮੰਡੀ ਆ ਇੱਕ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਬਣ ਗਈ ਆ, ਅਸੀਂ ਉਸ ਮੰਡੀ ਨੂੰ ਐਕਸਪਲੋਰ ਕਰ ਸਕਦੇ ਹਾਂ, ਉਹਦੇ 'ਚ ਵੜ ਸਕਦੇ ਹਾਂ, ਉੱਥੇ ਚੀਜ਼ਾਂ ਲੈ ਕੇ ਜਾ ਕੇ ਆਪਾਂ ਜਿਹੜੀ ਕਮਾਈ ਕਰਕੇ ਆਪਣੀ ਖੇਤੀ ਅਤੇ ਆਪਣੀ ਕਿਸਾਨੀ ਨੂੰ ਆਪਾਂ ਅੱਗੇ ਲੈ ਜਾ ਸਕਦੇ ਹਾਂ। ਪਰੰਤੂ ਇਹਦੇ ਵਿੱਚ ਜਿਹੜਾ ਸਰਕਾਰ ਦਾ ਖਲੋਣਾ ਉਹ ਬਹੁਤ ਜ਼ਰੂਰੀ ਆ, ਕਿਉਂਕਿ ਇਹਦੇ 'ਤੇ ਬੜੇ ਖਰਚੇ ਪੈਣੇ ਨੇ, ਬੜੀਆਂ ਮੁਸ਼ਕਿਲਾਂ ਨੇ, ਉਹ ਸਾਰੀਆਂ ਸਰਕਾਰੀ ਪੱਧਰ 'ਤੇ ਹੱਲ ਹੋਣ, ਕਾਨੂੰਨਾਂ ਨੂੰ ਨਰਮ ਕੀਤਾ ਜਾਏ, ਕੁਛ ਸਬਸਿਡੀਆਂ ਦਿੱਤੀਆਂ ਜਾਣ ਐਕਸਪੋਰਟ ਦੇ ਵਿੱਚ, ਅਤੇ ਕੁਛ ਇੱਥੇ ਕੋਲਡ ਚੇਨ ਬਣਾਉਣ ਦੀਆਂ ਗੱਲਾਂ ਚੱਲਣ, ਤਾਂ ਕਿ ਇਹ ਸਾਰਾ ਇੱਕ ਸਿਸਟਮ ਜਿਹੜਾ ਬਣਾ ਕੇ ਆਪਾਂ NRI ਦੀ ਮੰਡੀ ਜਿਹੜੀ ਆ ਉਹਨੂੰ ਕਾਬੂ ਕਰ ਸਕੀਏ। ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹੋ ਜਿਹੀਆਂ ਗੱਲਾਂ ਸੋਚਣੀਆਂ ਪੈਣੀਆਂ ਜੀ। ਪਰ ਇਹਦੇ ਨਾਲ ਇਹ ਵੀ, ਜੇ ਆਪਾਂ NRIs ਦੀ ਗੱਲ ਕਰਦੇ ਹਾਂ ਇੱਕ ਪਾਸੇ, ਤਾਂ ਪੰਜਾਬ ਦੇ ਵਿੱਚ ਜਿਹੜੇ ਸ਼ਹਿਰੀ ਖੇਤਰ ਆ ਉਹਦੀ ਵੀ ਗੱਲ ਕਰੀਏ। ਜੇ ਸ਼ਹਿਰੀ ਖੇਤਰ ਹੈ, ਇੱਥੇ ਵੀ ਜੇ ਕਿਸਾਨ ਆਪੋ ਆਪਣੀਆਂ ਮੰਡੀਆਂ, ਜਿਵੇਂ ਨਿੱਕੀਆਂ ਮੋਟੀਆਂ ਮੰਡੀਆਂ ਲਾ ਲੈਂਦੇ ਨੇ, ਕੋਈ ਸ਼ਨੀ ਐਤਵਾਰ ਲੱਗ ਜਾਂਦੀ ਹੈ, ਹਫ਼ਤਾਵਾਰੀ ਮੰਡੀ ਲੱਗਦੀ ਹੈ, ਜਾਂ ਕੋਈ ਕਿਸਾਨ ਹੱਟ ਕਿਤੇ ਨਾ ਕਿਤੇ ਬਣ ਜਾਂਦੀ ਹੈ, ਕੋਈ ਨਿੱਕੀ ਮੋਟੀ, ਕਿਸਾਨ ਉੱਧਰ ਵੀ ਤਾਂ ਰੁੱਖ ਕਰਦੇ ਨੇ ਵੀ ਸਾਨੂੰ ਘਰ ਦਾ ਬਣਿਆ, ਜਿਵੇਂ ਤੁਸੀਂ ਕਹਿੰਦੇ ਹੋ ਕਿ ਜੇ ਬਾਹਰਲੇ ਮੁਲਕਾਂ 'ਚ ਮੁਰੱਬਾ ਚਾਹੁੰਦੇ ਨੇ ਤਾਂ ਇੱਥੋਂ ਵਾਲੇ ਸ਼ਹਿਰੀ ਪੰਜਾਬੀ ਵੀ ਚਾਹੁੰਦੇ ਨੇ ਕਿ ਸਾਡੇ ਕੋਲ ਉਹ ਚੀਜ਼ ਪਹੁੰਚੇ, ਸਾਡੇ ਘਰਾਂ ਤੱਕ ਪਿਓਰ ਦੁੱਧ ਪਹੁੰਚੇ, ਪਿਓਰ ਘਿਓ, ਉਹ ਸਾਰਾ ਕੁਝ ਪਹੁੰਚੇ। ਬਿਲਕੁਲ ਸੁਖਵਿੰਦਰ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਵੇਖੋ, ਅਸੀਂ ਦੋਵੇਂ ਹੱਥੀਂ ਲੁੱਟੇ ਜਾ ਰਹੇ ਹਾਂ। ਇਸ ਵੇਲੇ ਪਿੰਡਾਂ ਦੇ ਵਿੱਚੋਂ ਉੱਠ ਕੇ ਅਸੀਂ ਸ਼ਹਿਰਾਂ 'ਚ ਆ ਗਏ, ਅਤੇ ਸਰਕਾਰ ਦੀ ਵੀ ਇਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਨੇ, ਨੈਸ਼ਨਲ ਲੈਵਲ ਜਿਹੜੀ ਆ ਆਰਡੀਨੈਂਸ ਆਏ ਨੇ, ਇਹਦੇ 'ਚ ਵੀ ਇਹ ਆ ਵੀ ਜਿਹੜੇ 57% ਲੋਕ ਖੇਤੀ ਦੇ ਵਿੱਚ ਬੜੇ ਨੇ, ਪਿੰਡਾਂ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ 20% 'ਤੇ ਲੈ ਕੇ ਆਉਣਾ, ਅਤੇ ਬਾਕੀ ਜਿਹੜੇ ਨੇ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਅਸੀਂ ਸ਼ਿਫਟ ਕਰਨਾ ਚਾਹੁੰਦੇ। ਵੀ ਉਹ ਗੱਲ ਇਹ ਆ ਵੀ ਹੁਣ ਜਦੋਂ ਪਿੰਡ ਦੇ ਵਿੱਚ ਪੈਦਾ ਹੋਈ ਚੀਜ਼, ਸਬਜ਼ੀ ਆ, ਜਦੋਂ ਉਹ ਸਵੇਰੇ ਮੰਡੀ ਦੇ ਵਿੱਚ ਲੈ ਕੇ ਜਾਂਦਾ ਉਹਦੀ 2 ਰੁਪਏ ਕਿਲੋ ਵਿਕਦੀ ਆ, ਸ਼ਾਮ ਨੂੰ ਜਦੋਂ ਰੇਹੜੀ ਦੇ ਉੱਤੇ ਅਸੀਂ ਖਰੀਦਦੇ ਹਾਂ, ਜਿਹੜਾ ਕਿ ਮੈਂ ਪਿੰਡੋਂ ਹੀ ਉੱਠ ਕੇ ਆਇਆ ਆ, ਅਤੇ ਮੇਰੇ ਆਪਣੇ ਉੱਥੇ ਖੇਤਾਂ ਦੇ ਵਿੱਚ ਕੀਤੀ ਜਿਹੜੀ ਫਸਲ ਆ, ਉਹੀ ਮੁੜ ਕੇ ਜਦੋਂ ਮੈਂ ਸ਼ਾਮ ਨੂੰ ਰੇਹੜੀ ਤੋਂ ਖਰੀਦਣੀ ਆ, ਮੈਨੂੰ 30 ਰੁਪਏ ਕਿਲੋ ਮਿਲਣੀ ਆ। ਇਹ ਵਿਚਲਾ ਵਿਚੋਲੀਆ ਜਿਹੜਾ ਖਾਣ ਡਿਆ ਵੀ ਇਹਨੂੰ ਵੀ ਕਿਸਾਨਾਂ ਨੂੰ ਦੇਖਣਾ ਪੈਣਾ। ਕਿਸਾਨਾਂ ਨੂੰ ਉਹੀ ਮੈਂ ਨਾ ਵੀ ਨਿੱਕੇ ਨਿੱਕੇ ਗਰੁੱਪ, ਕੋਆਪਰੇਟਿਵ ਸੁਸਾਇਟੀਆਂ ਬਣਾ ਕੇ ਇਕੱਠੇ ਗਰੁੱਪ ਬਣਨ, ਉਹ ਇੱਕ ਜਿਹੜਾ ਕੋਲਡ ਚੇਨ ਬਣਾਉਣ ਆਪਣੇ ਕੋਲ, ਉੱਥੇ ਇਕੱਠਾ ਕਰਨ, ਅਤੇ ਜੋ ਸ਼ਹਿਰੀ ਡਿਮਾਂਡ ਆ ਉਹਨਾਂ ਦੀ ਡਿਮਾਂਡ ਵੀ ਉਹ ਸਿੱਧੀ ਪੂਰੀ ਕਰਨ, ਤਾਂ ਕਿ ਆਪਾਂ ਵਿੱਚੋਂ ਘੱਟ ਤੋਂ ਘੱਟ ਜਿਹੜੇ ਆ ਵਿੱਚ ਪਾ ਕੇ ਜਿਹੜੀ ਕਮਾਈ ਜਿੱਥੇ ਹੁੰਦੀ ਆ। ਮੈਂ ਕਹਿੰਦਾ ਵੀ ਜੇ ਤੁਸੀਂ 20 ਰੁਪਏ ਨੂੰ ਆਮ ਰੇਹੜੀ ਵਾਲਾ ਦਿੰਦਾ ਆ, ਤੁਸੀਂ 15 ਰੁਪਏ ਵੀ ਦਿਓਗੇ, ਜਿਹਦੀ 2 ਰੁਪਏ ਕਿਲੋ ਵਿਕਣੀ ਆ, ਜੇ ਉਹਦੀ 15 ਵਿਕ ਜਾਂਦੀ ਆ ਉਹਨੂੰ ਵੀ ਫਾਇਦਾ, ਅਤੇ ਜਿਹਨੂੰ 20 ਵਾਲੇ ਨੂੰ 15 ਦੀ ਮਿਲ ਜਾਣੀ ਉਹਨੂੰ ਵੀ ਫਾਇਦਾ। ਅਤੇ ਇਹਦੇ 'ਚ ਹੋ ਸਕਦਾ ਇਹ ਕੋਈ ਵੱਡੀ ਗੱਲ ਨਹੀਂ, ਕਿਉਂਕਿ ਆਪਾਂ ਦੇਖਦੇ ਹਾਂ ਕਈ ਕੰਮਾਂ ਦੇ ਵਿੱਚ ਹੈ ਆ, ਕਈ ਕਿਸਾਨਾਂ ਨਾਲ ਮੈਂ ਇਹ ਗਰੁੱਪ ਬਣਾਉਣ ਦੀ ਗੱਲ ਕੀਤੀ, ਪਰੰਤੂ ਅਜੇ ਉਹਨਾਂ ਦੇ ਥੋੜ੍ਹਾ ਜਿਹਾ ਇੱਧਰ ਨੂੰ ਨਹੀਂ ਸੀ ਧਿਆਨ।
ਤੇ ਉਹ ਆਂਦੇ ਸੀ ਨਹੀਂ ਜੀ ਇਹ ਕੰਮ ਬੜਾ ਔਖਾ। ਮੈਂ ਯਾਰ ਔਖਾ ਕਿਉਂ, ਦੁੱਧ ਵੀ ਆਪਾਂ ਪਾਉਣ ਹੀ ਰਹੇ ਆ, ਦੁੱਧ ਵੀ ਘਰੋਂ ਘਰੀ ਜਾ ਕੇ ਪਾਉਣਾ ਹੀ ਆ। ਤੇ ਜੇ ਤੁਸੀਂ ਦੁੱਧ ਪਾ ਸਕਦੇ ਤੇ ਸਬਜ਼ੀ ਦੀ ਡਿਮਾਂਡ ਵੀ ਲੈ ਕੇ ਆਪਾਂ ਘਰ ਉਹਨਾਂ ਦੇ ਲਿਫਾਫਾ ਬਣਾ ਕੇ ਭੇਜ ਸਕਦੇ ਆ, ਵੀ ਕਿਉਂ ਨਹੀਂ ਭੇਜ ਸਕਦੇ। ਹੋ ਸਕਦਾ ਹੁਣ ਲੋਕ ਕੁਝ ਗਰੁੱਪ ਤੁਰੇ ਵੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ, ਮੈਂ ਇਹੀ ਗੱਲ ਕਹਿਣ ਲੱਗਾ ਵੀ ਇਹ ਇੱਥੇ ਗਵਰਨਮੈਂਟ ਦੀ ਇੰਟਰਵੈਂਸ਼ਨ ਬਣਦੀ ਸੀ। ਜਦੋਂ ਖੇਤੀ ਨੂੰ ਅਸੀਂ ਮੈਕਨਾਈਜ਼ ਕੀਤਾ ਸੀ ਵੀ ਜਿਹੜਾ ਕੰਮ ਅੱਗੇ ਸਾਰਾ ਪਰਿਵਾਰ ਆਪਾਂ ਸਾਰਾ ਸਾਲ ਉਸੇ ਖੇਤੀ ਦੇ ਸੈਕਟਰ ਦੇ ਵਿੱਚ ਲੱਗੇ ਰਹਿੰਦੇ ਸੀ ਤੇ ਉਸ ਵੇਲੇ ਤੇ ਚਲੋ ਕੰਮ ਚੱਲਦਾ ਸੀ। ਜਦੋਂ ਅਸੀਂ ਮਸ਼ੀਨਰੀ ਲੈ ਆਂਦੀ ਆ, ਸਮਾਂ ਆਪਣੇ ਕੋਲ ਇੰਨਾ ਬਚਾ ਲਿਆ ਵੀ ਜਿਹੜੀ ਆ ਕਣਕ ਬੀਜਣ ਦਾ ਕੰਮ ਮੈਂ ਦੇਖਦਾ ਵੀ 2-2 ਮਹੀਨੇ ਕਣਕ ਨਹੀਂ ਬੀਜੀ ਜਾਂਦੀ ਹੁੰਦੀ ਲੋਕਾਂ ਦੀ, ਤੇ ਹੁਣ 2 ਦਿਨਾਂ ਦੇ ਵਿੱਚ ਆਪਾਂ ਕਣਕ ਡਰਿਲ ਨਾਲ ਬੀਜ ਲੈਂਦੇ ਆ। ਉਹ 2 ਮਹੀਨਿਆਂ ਦੇ ਵਿੱਚੋਂ 2 ਦਿਨ ਕੱਢ ਲਓ ਤੇ ਬਾਕੀ ਦਿਨ ਜਿਹੜੇ ਸੀ ਇੰਨੇ ਦਿਨ ਜਿਹੜੇ ਬਚਾਏ ਨੇ। ਤੇ ਜੇ ਕਟਾਈ ਦੇ ਉੱਤੇ ਆ ਜਾਂਦੇ ਆ, ਕੰਬਾਈਨ ਜਿਹੜੀ ਅੱਗੇ ਕਿੰਨਾ ਚਿਰ ਲੋਕ ਝੋਨਾ ਝਾੜਦੇ ਤੇ ਕਣਕ ਸਾਂਭਦੇ ਲਾ ਦਿੰਦੇ ਸੀ, ਸਾਰਾ ਸਾਲ ਹੀ ਲੰਘ ਜਾਂਦਾ ਹੁੰਦਾ ਸੀ। ਹੁਣ ਉਹ ਘੰਟਿਆਂ ਦੇ ਵਿੱਚ ਕੰਮ ਹੋ ਗਿਆ ਤੇ ਕਿਸੇ ਨੇ ਇਸ ਗੱਲ ਨੂੰ ਸੋਚਿਆ ਹੀ ਨਹੀਂ ਵੀ ਕੀ ਇਹ ਜਿਹੜਾ ਮੈਕਨਾਈਜ਼ ਕਰਨ ਦੇ ਨਾਲ ਜਿਹੜਾ ਸਮਾਂ ਬਚਾਇਆ ਕਿਸਾਨ ਦਾ, ਇਹਨੂੰ ਕਿਵੇਂ ਆਪਾਂ ਕਿਸਾਨ ਕੋ ਪ੍ਰੋਡਕਟਿਵ ਯੂਟੀਲਾਈਜ਼ ਕਰਾਉਣਾ ਹੈ। ਉਹਦੇ ਕੋਲ ਉਸ ਵੇਲੇ ਲੋੜ ਸੀ ਇਹੋ ਜਿਹੀਆਂ ਟ੍ਰੇਨਿੰਗਾਂ, ਨਿੱਕੀਆਂ ਟ੍ਰੇਨਿੰਗਾਂ ਪਿੰਡ ਪੱਧਰ 'ਤੇ ਉਹਨਾਂ ਨੂੰ ਦਿੰਦੇ। ਪਿੰਡਾਂ ਦੀਆਂ ਬੀਬੀਆਂ, ਨੌਜਵਾਨ ਕੁੜੀਆਂ ਸੀ, ਬੱਚੇ ਸੀ, ਦੂਜਿਆਂ ਨੂੰ ਉਹਨਾਂ ਨੂੰ ਦਿੰਦੇ ਵੀ ਤੁਸੀਂ ਘਰੇਲੂ ਉਤਪਾਦ ਕਰੋ। ਜਿਵੇਂ ਚੀਨ ਦਾ ਆਪਾਂ ਸੁਣਦੇ ਹਾਂ ਇੱਕ ਮਾਡਲ ਵੀ ਉੱਥੇ ਹਰ ਘਰ ਦੇ ਵਿੱਚ ਕੁਝ ਨਾ ਕੁਝ ਬਣਦਾ ਆ। ਉਹ ਮਾਡਲ ਜਿਹੜਾ ਆ ਆਪਾਂ ਨੂੰ ਅਮਰੀਕਾ ਵਾਲੇ ਮਾਡਲ ਨਹੀਂ ਲਿਆਉਣੇ ਚਾਹੀਦੇ। ਅਮਰੀਕਾ ਦਾ ਜੇ ਵੇਖਦੇ ਹਾਂ ਤਾਂ ਆਪਣਾ ਜਗਰਾਫੀਕਲ ਏਰੀਆ ਆਪਣੇ ਨੂੰ ਕਈ ਗੁਣਾ ਜ਼ਿਆਦਾ ਹੈ ਤੇ ਪਾਪੂਲੇਸ਼ਨ ਦੇਖਦੇ ਹਾਂ ਵੀ ਉਹ ਆਪਣੀ ਪੰਜਾਬ ਨਾਲੋਂ ਵੀ ਘੱਟ ਆ। ਉੱਥੇ ਤਾਂ ਥੋੜ੍ਹੀ ਚੀਜ਼ ਨਾਲ ਵੀ ਸਰ ਜੂਗਾ। ਸਾਨੂੰ ਜੇ ਮੁਕਾਬਲਾ ਕਰਨਾ ਚਾਹੀਦਾ ਜਾਂ ਨਕਲ ਕਰਨੀ ਚਾਹੀਦੀ ਹੈ ਤੇ ਚਾਈਨਾ ਮਾਡਲ ਦੀ ਕਿਤੇ ਨਾ ਕਿਤੇ ਕਰਨੀ ਚਾਹੀਦੀ ਆ, ਕਿਉਂ ਉਹਨੇ ਕਿਵੇਂ ਹਰ ਘਰ ਦੇ ਵਿੱਚ ਹਰ ਹੱਥ ਨੂੰ ਜਿਹੜਾ ਆ ਉਹ ਟੈਕਨੀਕਲ ਬਣਾ ਕੇ ਕਿਵੇਂ ਰੁਜ਼ਗਾਰ ਦਿੱਤਾ ਆ। ਉਹੀ ਚੀਜ਼ ਜਿਹੜੇ ਫਾਰਮੂਲੇ ਆਪਾਂ ਲਿਆਈਏ, ਆਪਾਂ ਫਿਰ ਇਕੱਠੇ ਹੋ ਕੇ ਉਹਨਾਂ ਚੀਜ਼ਾਂ ਦੀ ਮਾਰਕੀਟਿੰਗ ਜਿਹੜੀ ਆ ਉਹ ਲੱਭੀਏ। ਕਿੱਥੇ ਹੋ ਸਕਦੀ ਹੈ, NRI ਭਰਾਵਾਂ ਤੱਕ ਜਾਈਏ। ਇਸੇ ਤਰ੍ਹਾਂ ਜੇ ਇੱਕ ਤੁਹਾਨੂੰ ਕੋਈ ਟਾਰਗੇਟ ਮਿਲ ਜਾਂਦਾ ਨਾ, ਫਿਰ ਤੁਹਾਨੂੰ ਅਗਲੇ ਟਾਰਗੇਟ ਉਹਦੇ ਵਿੱਚੋਂ ਹੀ ਗਾਂ ਲੱਭਣੇ ਸ਼ੁਰੂ ਹੋ ਜਾਂਦੇ। ਉਹਦਾ ਕੈਪਟਨ ਆਪਣੇ ਜਿਹੜੇ ਮੋਦੀ ਸਾਹਿਬ ਨੇ ਉਹ ਗੱਲ ਆਤਮ ਨਿਰਭਰਤਾ ਦੀ ਕਰਦੇ ਨੇ ਕਿ ਪੂਰਾ ਮੁਲਕ ਨੂੰ ਅਸੀਂ ਆਤਮ ਨਿਰਭਰਤਾ ਦੇ ਪਾਸੇ ਲੈ ਜਾਵਾਂਗੇ। ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਕਿ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਬਿਲਕੁਲ। ਮੈਂ ਇਹਦੇ 'ਚ ਜਿਹੜੇ 3 ਆਰਡੀਨੈਂਸ ਦੇ ਵਿੱਚ ਇਹਦੇ 'ਚ ਜੋ ਮੈਨੂੰ ਸਭ ਤੋਂ ਵੱਡੇ ਖਿਲਾਫ ਜਿਹੜੇ ਜਿੱਥੇ ਲੱਗਦੇ ਨੇ ਨਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਐਜ ਏ ਟੈਕਨੀਕਲ ਜੇ ਮੈਨੂੰ ਕੋਈ ਸਵਾਲ ਕਰਦਾ ਤੇ ਉਹਦੇ 'ਚ ਕੀ ਦੱਸਦਾ ਆ। ਪਹਿਲੀ ਗੱਲ ਇਹ ਆ ਵੀ ਵੇਖੋ ਤੁਸੀਂ, ਜਦੋਂ ਅਸੀਂ PL 470 ਦੇ ਵਿੱਚ ਆਪਾਂ ਕਣਕ ਬਾਹਰੋਂ ਮੰਗਵਾਈ ਸੀ, ਇੱਕ ਤੇ ਉਹ ਲਾਲ ਕਣਕ ਜਿਹੜੀ ਖਾਣ ਨੂੰ ਜਿਹੜੇ ਜਾਨਵਰਾਂ ਨੂੰ ਵੀ ਨਹੀਂ ਅਸੀਂ ਉਹੋ ਜਿਹੀ ਪਾਉਂਦੇ ਜਿਹੜੀ ਆ ਸਾਨੂੰ ਖਵਾਈ ਗਈ। ਫਿਰ ਉਹਦੇ ਵਿੱਚ ਉਦੋਂ ਕਹਿੰਦੇ ਨੇ ਵੀ ਉਹਦੇ ਵਿੱਚ ਨਾਲ ਗੁੱਲੀ ਡੰਡਾ ਤੇ ਜਿਹੜਾ ਕਾਂਗਰਸ ਗਰਾਸ, ਪਾਰਥੀਨੀਅਮ ਜਿਹੜਾ ਹੈਗਾ ਆ ਗਰਾਸ, ਇਹ ਵੀ ਉਹਦੀ ਦੇਣ ਆ। ਉਹਨੇ ਸਾਨੂੰ ਦਿੱਤਾ। ਉਹ ਅੱਜ ਸਾਡੇ ਖੇਤਾਂ ਦੇ ਵਿੱਚ ਇੱਕ ਸਮੱਸਿਆ ਬਣ ਕੇ ਖੜ ਗਿਆ ਹੈ। ਗੁੱਲੀ ਡੰਡੇ ਦੇ ਉੱਤੇ ਮੈਨੂੰ ਲੱਗਦਾ ਹਜ਼ਾਰਾਂ ਟਨ ਜਿਹੜੀ ਆ ਉਹ ਹਰ ਸਾਲ ਅਸੀਂ ਵੀਡੀਸਾਈਡ ਯੂਜ਼ ਕਰਦੇ ਆ। ਤੇ ਆ ਜਿਹੜਾ ਕਾਂਗਰਸ ਗਰਾਸ ਜਿਹਨੂੰ ਕਹਿੰਦੇ ਅਸੀਂ, ਇਹ ਗਰਾਸ ਦੇ ਉੱਤੇ ਆ ਜਿਹੜੀ ਚਿੱਟੀ ਮੱਖੀ ਤੇ ਹੋਰ ਜਿਹੜੇ ਇਨਸੈਕਟ ਜਿਹੜੇ ਸਾਡੀਆਂ ਫਸਲਾਂ ਨੂੰ ਨੁਕਸਾਨ ਕਰਦੇ ਨੇ, ਇਹ ਉਹਨਾਂ ਲਈ ਹੋਸਟ ਬਣਿਆ ਬੈਠਾ ਹੈ। ਇਹ ਜਦੋਂ ਆਮ ਕਰੋਪ ਨਹੀਂ ਹੁੰਦੀ, ਉਹ ਜਿਹੜਾ ਇਨਸੈਕਟ ਉਹ ਇਹਦੇ 'ਤੇ ਜਾ ਕੇ ਪਲਦਾ ਰਹਿੰਦਾ। ਇਹ ਰੇਲਵੇ ਲਾਈਨਾਂ ਦੀਆਂ ਉਜਾੜ ਥਾਵਾਂ 'ਤੇ ਜਾਂ ਹੋਰ ਥਾਵਾਂ 'ਤੇ ਜਿੱਥੇ ਉੱਗਿਆ ਉੱਥੇ ਉਹ ਪੈਂਦਾ ਰਹਿੰਦਾ ਹੈ। ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਸਾਡੇ ਲਈ ਨੁਕਸਾਨ ਕੀਤਾ। ਤੇ ਕਿਉਂਕਿ ਹੁਣ ਜਿਹੜਾ ਆਰਡੀਨੈਂਸ ਬਣ ਗਿਆ, ਇਹਦੇ 'ਚ ਉਹਨਾਂ ਨੂੰ ਕਿਸੇ ਲਾਇਸੈਂਸ ਦੀ ਲੋੜ ਨਹੀਂ ਪੈਣੀ, ਸਿਰਫ ਇੱਕ ਪੈਨ ਕਾਰਡ ਦੀ ਉਹਨਾਂ ਨੇ ਦਿਖਾਉਣਾ ਇਹਨਾਂ ਨੇ। ਤੇ ਜਦੋਂ ਉਹਨਾਂ ਨੂੰ ਲਾਇਸੈਂਸ ਕੋਈ ਨਹੀਂ, ਉਹਨਾਂ ਨੇ ਬੀਜ ਕਿਹੜਾ ਲਿਆਉਣਾ, ਕਿੱਥੋਂ ਲਿਆਉਣਾ ਤੇ ਕਿਹੋ ਜਿਹਾ ਦੇਣਾ ਹੈ ਤੇ ਕੀ ਉਹਦੇ 'ਚ ਸਾਨੂੰ ਹੋਰ ਨਾਲ ਗਿਫਟ ਕਿਹੜਾ ਇੱਕ ਐਕਸਟਰਾ ਦੇ ਜਾਣਾ ਹੈ, ਵੀਡ ਵੀ ਉਹ ਸਾਨੂੰ ਨਹੀਂ ਅੱਜ ਪਤਾ। ਤੇ ਜਦੋਂ ਕੱਲ੍ਹ ਨੂੰ ਕੋਈ ਹੋਰ ਖਤਰਨਾਕ ਵੀਡ ਆ ਗਿਆ ਜਿਹਨੇ ਕਿ ਮੁੜ ਕੇ ਸਾਡੀਆਂ ਦੂਸਰੀ ਆ ਜਿਹੜਾ ਵੈਜੀਟੇਸ਼ਨ ਆ ਉਹਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ, ਤੇ ਉਦੋਂ ਅਸੀਂ ਕਿਹਨੂੰ ਮੁੜ ਕੇ ਰੋਵਾਂਗੇ। ਮੈਂ ਤਾਂ ਇਹ ਲਫ਼ਜ਼ ਕਹੂੰਗਾ। ਇਸੇ ਤਰ੍ਹਾਂ ਹੀ ਆ ਬੀਜ ਦੇ ਨਾਲ ਜਿਹੜੀਆਂ ਦਵਾਈਆਂ ਆਉਣੀਆਂ ਨੇ ਜਾਂ ਹੋਰ ਟੈਕਨੋਲੋਜੀ ਉਹ ਵੀ ਕੁਛ ਇਹਨੇ ਦੇਣੀ ਆ। ਦੂਸਰੀ ਗੱਲ ਜਿਹੜੀ ਮੈਂ ਕਹਾਂ ਵੀ ਅੱਜ ਆਪਣਾ ਇੱਕ ਇਨਫਰਾਸਟ੍ਰਕਚਰ ਜਿਹੜਾ ਸੀ ਉਹ ਅਸੀਂ ਕਣਕ ਝੋਨੇ ਦਾ, ਕਿਉਂਕਿ ਸਾਡਾ ਸਰਕਲ ਚੱਲਦਾ ਸੀ, ਸਰਕਾਰ ਖਰੀਦਦੀ ਸੀ, ਅਸੀਂ ਉਹਦੇ ਮੁਤਾਬਕ ਮਸ਼ੀਨਰੀ, ਉਹਦੇ ਮੁਤਾਬਕ ਸੋਈ ਵੱਢਣ ਵਾਲੀ, ਬੀਜਣ ਵਾਲੀ, ਕੱਟਣ ਵਾਲੀ, ਗੋਡੀ ਕਰਨ ਵਾਲੀਆਂ ਸਾਰੀ ਮਸ਼ੀਨਰੀ ਅਸੀਂ, ਮੈਂ ਕਿਹਾ ਕਈ ਲੱਖ ਕਰੋੜ ਦੀ ਜਿਹੜੀ ਉਹ ਪੰਜਾਬ ਦੇ ਵਿੱਚ ਆਪਾਂ ਕਿਸਾਨਾਂ ਦੇ ਸਿਰ ਮੜੀ ਆ। ਤੇ ਜੇ ਅੱਜ ਉਹ ਆਣ ਕੇ ਉਹ ਆਖਣ ਵੀ ਇਹ ਫਸਲ ਨਹੀਂ, ਸਾਨੂੰ ਦੂਸਰੀ ਫਸਲ ਬਜਾਉਣੀ ਆ, ਇੱਕ ਤੇ ਉਹਦੇ ਲਈ ਨਵੀਂ ਮਸ਼ੀਨਰੀ ਸਾਡੇ ਸਿਰ ਤੇ ਮੜੀ ਜਾਊਗੀ। ਇੱਕ ਸਾਡੀ ਪਹਿਲੀ ਮਸ਼ੀਨਰੀ ਜਿਹੜੀ ਉਹ ਕਬਾੜ ਦੇ ਭਾਅ ਕਿਸੇ ਨੇ ਨਹੀਂ ਚੁੱਕਣੀ। ਉਹ ਸਾਰਾ ਇੰਨਾ ਬੋਝ ਜਿਹੜਾ ਉਹ ਪੰਜਾਬ ਦੇ ਕਿਸਾਨ ਦੇ ਸਿਰ ਪੈ ਜਾਣਾ। ਦੂਸਰਾ ਇੱਕੋ ਹੀ ਮੈਂ ਗੱਲ ਕਰਦਾ ਨਾ ਵੀ ਅੱਜ ਪੰਜਾਬ ਦੇ ਵਿੱਚ ਇੱਕੋ ਹੀ ਰੂਰਲ ਇੰਡਸਟਰੀ ਆ ਜਿਹੜੀ ਕਿਸਾਨੀ ਦਾ ਥੋੜ੍ਹਾ ਬਹੁਤਾ ਜਿਹਦਾ ਚੱਲ ਰਹੀ ਆ, ਉਹ ਹੈਗੀ ਆ ਸ਼ੈਲਰ ਇੰਡਸਟਰੀ।
ਤੇ ਜੇ ਅਸੀਂ ਚੌਲਾਂ ਨੂੰ ਮਾਈਨਸ ਕਰ ਦਈਏ ਵਿੱਚੋਂ, ਪੰਜਾਬ ਦੇ ਵਿੱਚੋਂ, ਜਿਹੜਾ ਹਰ ਲੀਡਰ ਉੱਠ ਕੇ ਕਹਿ ਦਿੰਦਾ, ਤੇ ਕਈ ਆ ਜਿਹੜੇ ਇਕੋਨੋਮਿਸਟ ਵੀ ਇਸ ਗੱਲ ਦੇ ਤੇ ਕਹਿ ਦਿੰਦੇ ਜੀ ਸਾਨੂੰ ਝੋਨੇ ਥੱਲਿਓ ਰਕਬਾ ਘਟਾ ਕੇ ਆਹ ਕਰ ਦੇਣਾ ਚਾਹੀਦਾ ਆ। ਵੀ ਝੋਨੇ ਥੱਲਿਓ ਰਕਬਾ ਘਟਾ ਕੇ ਤੁਸੀਂ ਲੈ ਜਾਓਗੇ ਤੇ ਮੁੜ ਕੇ ਉਹਦੀ ਸ਼ੈਲ ਇੰਡਸਟਰੀ ਉਹਦੇ 'ਚ ਕੀ ਕਰਿਆ ਕਰਾਂਗੇ? ਉਹਨੇ ਛੱਲੀਆਂ ਨੂੰ ਤਾਂ ਨਹੀਂ ਘੇਰਨਾ, ਤੇ ਨਾ ਉਹਨੇ ਕੋਈ ਹੋਰ ਸਬਜ਼ੀਆਂ ਨੂੰ ਉਹਨੇ ਕੋਈ ਗ੍ਰੇਡਿੰਗ ਕਰਨੀ ਆ, ਉਹਨੇ ਤੇ ਚੌਲ ਹੀ ਛੱਡਨੇ। ਤੇ ਫਿਰ ਉਹਦਾ ਕੀ ਸੋਚ ਰਹੇ ਅਸੀਂ? ਆਪਾਂ ਠੀਕ ਹੈ, ਡਿਵੈਲਪਮੈਂਟ ਕਰਨੀ ਚਾਹੀਦੀ ਆ, ਨਵੇਂ ਬੰਦੇ ਨੂੰ ਜਾਣਾ ਚਾਹੀਦਾ, ਪਰ ਉਹਦਾ ਕੋਈ ਪ੍ਰੋਸੈਸ ਸਲੋਲੀ ਹੌਲੀ ਮਾਈਗ੍ਰੇਟ ਕਰਨਾ ਜਿਹੜਾ ਹੁੰਦਾ ਹੈ, ਵੀ ਉਹ ਵੀ ਬਹੁਤਾ ਨੁਕਸਾਨ ਨਾ ਹੋਏ, ਤੇ ਉਹਦੇ ਪੈਰਲਲ ਆਪਾਂ ਕੋਈ ਉਹਦੇ ਵਿੱਚ ਮੋਡੀਫਿਕੇਸ਼ਨ ਕਰਕੇ ਅਸੀਂ ਉਧਰ ਨੂੰ ਜਾਈ। ਪਰ ਜੇ ਆਪਾਂ ਆਖੀਏ ਇੱਕਦਮ ਹੀ ਅੱਜ ਮੈਂ ਬੈਰੀਕੇਡ ਲਾਤਾ, ਜਿਵੇਂ ਮੋਦੀ ਸਾਹਿਬ ਦਾ ਸੁਭਾਅ ਆ ਵੀ ਅੱਧੀ ਕੁ ਰਾਤ ਨੂੰ ਉੱਠ ਕੇ ਇਹਨਾਂ ਨੂੰ ਇੱਕ ਆ ਜਾਂਦਾ ਵੀ ਸਵੇਰ ਤੋਂ 500 ਤੇ 1000 ਦਾ ਨੋਟ ਬੰਦ, ਤੇ ਸਵੇਰ ਦਾ ਬੰਦ ਤੇ ਬੰਦ, ਉਹ ਉਵੇਂ ਦਾ ਸਿਸਟਮ ਨਹੀਂ ਚੱਲਣਾ। ਜੇ ਅੱਜ ਪੰਜਾਬ ਦੇ ਵਿੱਚ ਆਰਡੀਨੈਂਸ ਰਾਤੋਂ ਰਾਤ ਲਿਆ ਕੇ ਤੁਸੀਂ ਧੱਕੇ ਨਾਲ ਮਨਿਓਰਟੀ ਨੂੰ ਅੰਦਰ ਕਰਕੇ, ਤੇ ਉਹ ਰਾਜ ਸਭਾ ਵਾਲਿਆਂ ਨੂੰ ਵੀ ਨਹੀਂ ਪੁੱਛਿਆ, ਉਹਨਾਂ ਦੀਆਂ ਵੋਟਾਂ ਦਾ ਨਹੀਂ ਤੁਸੀਂ ਪਵਾਇਆ, ਤੇ ਤੁਸੀਂ ਜੇ ਧੱਕੇ ਹੀ ਇਸ ਤਰ੍ਹਾਂ ਕਰਨੇ ਨੇ, ਤੇ ਫਿਰ ਪੰਜਾਬ ਜਿਹੜਾ ਨਾ, ਪੰਜਾਬ ਦੀ ਫਿਤਰਤ ਇੱਕ ਆ, ਇਹ ਆਪਣੀ ਮੁੱਛ ਨੂੰ ਤਾਂ ਰੱਖਣਾ ਜਾਣਦਾ ਹੈ। ਮੈਂ ਦੇਖਿਆ ਵੀ ਜਦੋਂ ਵੀ ਪੰਜਾਬ ਦਾ ਵਿੱਚ ਕਿਸੇ ਵੀ ਜਦੋਂ ਆ ਔੜ ਦਾ ਸੀਜ਼ਨ ਚੱਲਦਾ ਆ, ਰੱਬ ਨਾ ਕਰੇ ਜੇ ਕਿਤੇ ਸਾਲ 2 ਸਾਲ ਦੀ ਔੜ ਕਿਤੇ ਚੱਲ ਗਈ, ਤੇ ਜਿਹੜਾ ਇਹਨਾਂ ਨੂੰ ਮਾਣ ਆ ਵੀ ਸਾਡੀ ਮੱਧ ਪ੍ਰਦੇਸ਼ ਦੀ ਖੇਤੀ ਵੀ ਹੋਣ ਲੱਗ ਪਈ, ਤੇ ਸਾਡੀ ਮਹਾਰਾਸ਼ਟਰ 'ਚ ਵੀ ਹੋਣ ਲੱਗ ਪਈ ਆ, ਜੇ 2 ਸਾਲ ਔੜ ਚੱਲ ਗਈ ਤੇ ਉਹ ਉੱਥੇ ਭੰਗ ਭੁੱਜ ਜਾਣੀ ਆ। ਤੇ ਪੰਜਾਬ ਦਾ ਕਿਸਾਨ ਹੀ ਆ ਵੀ ਚਾਹੇ ਆਪਣੇ ਘਰ ਵਾਲੀ ਦੇ ਗਹਿਣੇ ਵੇਚੇ, ਚਾਹੇ ਆਪਣੇ ਨਿਆਣੇ ਦਾ ਸਕੂਟਰ ਵੇਚੇ, ਤੇ ਚਾਹੇ ਛੋਟੇ ਬੱਚੇ ਦਾ ਕੋਈ ਖਿਡੌਣਾ ਵੇਚ ਕੇ ਵੀ ਜੇ ਉਹਨੂੰ ਦਵਾਈ ਲਿਆ ਕੇ ਜਾਂ ਬੋਰ ਨੂੰ ਡੂੰਘਾ ਕਰਨਾ ਪੈਂਦਾ, ਉਹ ਕਰਕੇ ਉਹ ਆਪਣੀ ਫਸਲ ਨੂੰ ਪਾਲ ਕੇ ਸਾਹਮਣੇ ਲਿਆ ਕੇ ਨੇਸ਼ਨ ਦੇ ਅੱਗੇ ਰੱਖ ਦਿੰਦਾ ਆ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਨਾ, ਕਹਿ ਦਿੰਦੇ ਨੇ ਜੀ ਵੀ ਕਿਸਾਨ ਨੇ ਪਾਣੀ ਥੱਲਾ ਬਰਬਾਦ ਕਰ ਦਿੱਤਾ। ਉਹ ਮੈਂ ਕਿਹਾ ਯਾਰ ਕਿਸਾਨ ਤੇ ਕਿਉਂ ਆਪਾਂ ਦੂਸ਼ਣ ਲਾਉਣ ਡੇ? ਜਾਂ ਤੇ ਦੱਸੋ ਕਿਸੇ ਕਿਸਾਨ ਦੇ ਘਰੋਂ ਤੁਸੀਂ 20 ਡਰਮ ਜਿਹੜੇ ਪਾਣੀ ਦੇ ਭਰੇ ਦੱਬੇ ਹੋਏ ਸੀ, ਉਹਨੇ ਉਹ ਤੁਸੀਂ ਫੜ ਲਏ ਵੀ ਉਹਨੇ ਮੁੜ ਕੇ ਉਹਨੂੰ ਕੱਢ ਕੇ ਜਿਹੜਾ ਮਹਿੰਗੇ ਭਾਅ ਵੇਚਣਾ ਸੀ ਜਦੋਂ ਔੜ ਲੱਗਣੀ ਸੀ। ਜੇ ਉਹਨੇ ਫਸਲ ਪੈਦਾ ਕਰਕੇ ਤੁਹਾਡੇ ਨੈਸ਼ਨਲ ਫੂਡ ਸਿਕਿਉਰਿਟੀ ਦੇ ਵਿੱਚ ਦੇ ਦਿੱਤੀ ਆ, ਤੇ ਫਿਰ ਉਹਨੇ ਕੀ ਗੁਨਾਹ ਕੀਤਾ ਆ? ਉਹਨੂੰ ਤੇ ਤਗਮਾ ਦੇਣ ਦੇ ਥਾਂ ਤੁਸੀਂ ਉਹਨੂੰ ਦੂਸ਼ਣਬਾਜ਼ੀ ਲਾਉਣ ਦੇ ਜੇ। ਇਹ ਕਿਸਾਨਾਂ ਨੂੰ ਇਹੋ ਜਿਹੀਆਂ ਗੱਲਾਂ ਤੋਂ ਆਪਾਂ ਨੂੰ ਬਚਾਉਣਾ ਪੈਣਾ। ਸਰਕਾਰਾਂ ਨੂੰ ਸੋਚ ਜਿਹੜੀ ਆ ਪੋਜ਼ਿਟਿਵ ਕਰਨੀ ਪੈਣੀ ਆ, ਤੇ ਕਿਸਾਨਾਂ ਨੂੰ ਵੀ ਆਪ ਜਿਹੜਾ ਏਕੇ ਦਾ ਸਬੂਤ ਦੇ ਕੇ ਕੋਆਪਰੇਟਿਵ ਖੇਤੀ ਦੇ ਵਿੱਚ ਆ ਕੇ ਆਪਣੀ ਖੇਤੀ ਨੂੰ ਜਿਹੜਾ ਲਾਹੇਵੰਦ, ਮੈਂ ਤੇ ਇਸ ਗੱਲ ਦੇ ਹੱਕ 'ਚ ਹੀ ਨਹੀਂ ਵੀ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ, ਕਿਸੇ ਚੀਜ਼ ਦੀ ਘੱਟ ਤੋਂ ਘੱਟ ਕੀਮਤ ਦੇ ਕੇ ਤੁਸੀਂ ਕਿਵੇਂ ਸਰਵਾਈਵ ਕਰ ਸਕਦੇ ਆ? ਆਪਾਂ ਤੇ ਪ੍ਰੋਫਿਟੇਬਲ ਖੇਤੀ ਜਿਹੜੀ ਆ ਉਧਰ ਨੂੰ ਸੋਚਣਾ ਪੈਣਾ ਆ। ਆਪਾਂ ਪ੍ਰੋਫਿਟੇਬਲ ਕੀਮਤਾਂ ਲਿਆ ਕਰੀਏ, ਤੇ ਉਹਦੇ ਲਈ ਜਿਹੜੇ ਯਤਨ ਜੋ ਆਪ ਕਰ ਸਕਦੇ ਆ ਆਪ ਕਰੀਏ। ਜਿੱਥੋਂ ਸਰਕਾਰਾਂ ਤੋਂ ਇਨਵੋਲਵਮੈਂਟ ਬਣਦੀ ਹੈ, ਸਰਕਾਰਾਂ ਵੀ ਕਰਨ, ਸੀਰੀਅਸ ਹੋਣ, ਚੰਗੇ ਮੰਤਰੀ ਦੇਣ, ਚੰਗੇ ਉਹਦੇ ਜਿਹੜੇ ਸੈਕਟਰੀ ਹੈ, ਜਿਹੜੇ ਮੈਂ ਤਾਂ ਇਹ ਕਹੂੰਗਾ ਵੀ ਜਿਹੜਾ ਐਗਰੀਕਲਚਰ ਸੈਕਟਰੀ ਆ ਉਹ ਐਗਰੀਕਲਚਰ ਦਾ ਹੀ ਕੋਈ ਗ੍ਰੈਜੂਏਟ ਹੋਣਾ ਚਾਹੀਦਾ, ਤਾਂ ਕਿ ਉਹਨੂੰ ਪਤਾ ਹੋਏ। ਇਹ ਨਹੀਂ ਵੀ ਉਹਨੇ ਬੀਕਾਮ ਕੀਤੀ ਆ ਜਾਂ ਹੋਰ ਕੁਝ ਕੀਤਾ ਆ ਤੇ ਉਹਨੂੰ ਤੁਸੀਂ ਐਗਰੀਕਲਚਰ ਸੈਕਟਰੀ ਲਾ ਦਿਓਗੇ, ਤੇ ਉਹਦੇ ਗਾੜੀ ਤੇ ਸਿਰ ਚਾਹੇ ਕਿੱਡਾ ਵੀ PhD ਬੈਠਾ ਉਹਨੂੰ ਮੁੜ ਕੇ ਸਿਰ ਹਿਲਾਉਣਾ ਹੀ ਪੈਣਾ। ਜੇ ਨਹੀਂ ਕਮਾਊਗਾ ਤੇ ACR ਉਹਨੇ ਵਿੱਚ ਲਿਖ ਦੇਣਾ ਜੀ ਵੀ ਇਹਦੀ ACR ਨਹੀਂ ਠੀਕ। ਤੇ ਇਸ ਕਰਕੇ ਮੈਂ ਤਾਂ ਨਾ ਵੀ ਜਿਹੜੇ ਟੈਕਨੀਕਲ ਮਹਿਕਮਿਆਂ ਦੇ ਸੈਕਟਰੀ ਵੀ ਟੈਕਨੀਕਲੀ ਹੋਣੇ ਚਾਹੀਦੇ ਆ, ਜੇ ਅਸੀਂ ਸਹੀ ਜਿਹੜੀ ਇੱਕ ਪਲੈਨਿੰਗ ਜਿਹੜੀ ਪੰਜਾਬ ਦੀ ਕਰਨੀ ਚਾਹੁੰਦੇ ਹਾਂ। ਜੀ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਪੰਜਾਬ ਖੇਤੀਬਾੜੀ ਵਿਭਾਗ ਦੇ ਸਾਬਕਾ ਸੰਯੁਕਤ ਡਾਇਰੈਕਟਰ ਬਲਵਿੰਦਰ ਸਿੰਘ ਸੋਹਲ, ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਜੋ ਖੇਤੀ ਆਰਡੀਨੈਂਸ ਨੂੰ ਲੈ ਕੇ ਸੜਕਾਂ ਦੇ ਉੱਤੇ ਹੈ, ਮਜ਼ਦੂਰ ਸੜਕਾਂ ਦੇ ਉੱਤੇ ਨੇ, ਉਹਨਾਂ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਕਿ ਸਮੱਸਿਆ ਕਿੱਥੇ ਹੈ ਤੇ ਹੱਲ ਕਿੱਥੇ ਹੈ। ਹੁਣ ਦੇਖਣਾ ਹੋਏਗਾ ਕਿ ਸਰਕਾਰ ਜਿਹੜੀ ਹੈ ਉਹ ਇਹਨਾਂ ਜਿਹੜੀਆਂ ਚਿੰਤਾਵਾਂ ਨੇ ਕਿਸਾਨਾਂ ਦੀਆਂ ਜਾਂ ਬੁੱਧੀਜੀਵੀਆਂ ਦੀਆਂ ਚਿੰਤਾਵਾਂ ਨੇ ਉਸ ਦੇ ਉੱਤੇ ਕਿੰਨਾ ਕੁ ਧਿਆਨ ਕਰਦੀ ਹੈ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।